ਸਤਨਾਮ ਵਾਹਿਗੁਰੂ ਜੀ। ਆਇਓ ਕਰਨ ਤੁਹਾਰੀ ਲੈ ਸੂਖ ਨਾਮ ਹਰ ਸੁਭਾ आहे हमारी अवर न सुझै हार हार परयो तो द्वारी छोड़े हलिकै छूटै हम निर्गुण लेहो मारी सद बख्शिंद सदा मेहरबाना सबना दे आधारी नानक दास संत पाछै राख लिहो ਇਹ ਬਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ ਇਹ ਬਾਰੀ ਸੁਖੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ दर्शन परसिए गुरु के जन्म मरण दुख जाए होवै सिफत समधि नूर अरसों कुरसों चटिया तुद डिठे सच्चे पातशाह माल जन्म जन्म दी कटिया सच्चे पातशाह माल जन्म जन्म दी कटिया सजन सच्चा पातशाह सिर शाहां दे शाह जिस पास बैठया सोहीए सबना दा वेसा सतनाम श्री वाहिगुरु साहिब जीओ। तनासरी बाणी भगत कबीर जी की राम सिमर राम सिमर राम सिमर भाई राम नाम सिमरन बिन बूढ़ ते अधकाई रहाओ पंता सुत देह ग्रह संपत सुख दाई इनमें कछ नाहे तेरो काल अवध आई राम सिमर राम सिमर राम सिमर भाई वाहिगुरु जी का खालसा वाहिगुरु जी की फतेह। वालिए कुल आलम सरवरे कायनात जुगो जुग अटल गुरु ग्रंथ साहिब जी की पावन पवित्र हजूरी अंदर वाहिमान हो रही गुरु की संगत आप संगतां ने सतगुरां दे दरबार विच बैठ के गुरबानी दे रस भिन्ने कीर्तन शब्द
ਇਸ ਵੇਲੇ ਆਪਾਂ ਲੜੀਵਾਰ ਜੋ ਗੁਰਬਾਣੀ ਦੀ ਕਥਾ ਹੈ ਉਹ ਸਰਵਨ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਪ੍ਰਾਪਤ ਹੋਏ। ਆਓ ਕੁਝ ਸਮੇਂ ਲਈ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਨ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਬਾਣੀ ਭਗਤ ਕਬੀਰ ਜੀ ਕੀ। ਤਨਾਸਰੀ ਰਾਗ ਦਾ ਨਾਮ ਹੈ ਔਰ ਕਬੀਰ ਸਾਹਿਬ ਜੀਆਂ ਦੀ ਇਹ ਬਾਣੀ ਹੈ। ਤਨਾਸਰੀ ਰਾਗ ਦੇ ਵਿੱਚ ਭਗਤ ਕਬੀਰ ਜੀਆਂ ਨੇ 5 ਸ਼ਬਦ ਬਖਸ਼ਿਸ਼ ਕੀਤੇ। 4 ਸ਼ਬਦਾਂ ਦੀ ਜੋ ਵਿਚਾਰ ਹੈ ਉਹ ਆਪਾਂ ਪਿਛਲੇ ਦੀਵਾਨ ਦੇ ਵਿੱਚ ਸਰਵਣ ਕੀਤੀ ਹੈ। ਅੱਜ ਆਪਾਂ ਨੂੰ ਇਹ ਜੋ 5ਵਾਂ ਸ਼ਬਦ ਹੈ ਕਬੀਰ ਸਾਹਿਬ ਜੀਆਂ ਦਾ ਤਨਾਸਰੀ ਰਾਗ ਦੇ ਅੰਦਰ ਇਹ ਪ੍ਰਾਪਤ ਹੋ ਰਿਹਾ ਔਰ ਅਖੀਰਲਾ ਸ਼ਬਦ ਹੈ। ਇੱਥੇ ਫਿਰ ਭਗਤ ਕਬੀਰ ਜੀਆਂ ਦੀ ਬਾਣੀ ਸਮਾਪਤ ਹੋ ਜਾਏਗੀ। ਅੱਗੇ ਹੋਰਨਾਂ ਭਗਤਾਂ ਦੀ ਫਿਰ ਆਪਾਂ ਬਾਣੀ ਸਰਵਣ ਕਰਾਂਗੇ। 692 ਅੰਗ ਦੇ ਉੱਪਰ ਇਹ ਸ਼ਬਦ ਕਬੀਰ ਸਾਹਿਬ ਜੀ ਨੇ ਲਿਖਿਆ ਹੈ। ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ। ਸਤਿਗੁਰੂ ਬਖਸ਼ਿਸ਼ ਕਰਦੇ ਭਾਈ ਮਨ ਕਰਕੇ ਰਾਮ ਨੂੰ ਸਿਮਰਿਆ ਕਰ। ਸਿਮਰਨ ਤੋਂ ਭਾਵ ਹੈ ਯਾਦ ਕਰਨਾ। ਮਨ ਕਰਕੇ ਰਾਮ ਨੂੰ ਯਾਦ ਕਰਿਆ ਕਰ। ਮਨ ਕਰਕੇ ਆਖਿਆ ਕਰ ਵਾਹਿਗੁਰੂ। ਦੂਜੀ ਵਾਰੀ ਫਿਰ ਮਹਾਰਾਜ ਨੇ ਲਿਖਿਆ ਰਾਮ ਸਿਮਰ। ਤਨ ਕਰਕੇ ਵੀ ਸਿਮਰਿਆ ਕਰ, ਤੇਰਾ ਸਰੀਰ ਵੀ ਸਿਮਰੇ। ਇਹ ਤੀਜੀ ਵਾਰੀ ਫਿਰ ਮਹਾਰਾਜ ਲਿਖਦੇ ਰਾਮ ਸਿਮਰ। ਬਾਣੀ ਕਰਕੇ ਵੀ ਸਿਮਰਿਆ ਕਰ, ਬਚਨਾ ਕਰਕੇ। ਤੇਰੀ ਜ਼ੁਬਾਨ ਵੀ ਵਾਹਿਗੁਰੂ ਕਹੇ, ਤੇਰਾ ਸਰੀਰ ਵੀ ਵਾਹਿਗੁਰੂ ਦੇ ਵਿੱਚ ਲੱਗਾ ਹੋਵੇ ਤੇ ਤੇਰਾ ਮਨ ਵੀ ਲੱਗਾ ਹੋਵੇ। ਜਦੋਂ ਇਸ ਤਰ੍ਹਾਂ ਜਪੇਗਾ ਪ੍ਰਾਪਤੀ ਉਦੋਂ ਹੋਣੀ। ਆਪਾਂ ਕਈ ਵਾਰੀ ਇਹ ਸਾਖੀ ਸਰਵਣ ਕਰਦੇ ਨਾ, ਜਦੋਂ ਕਾਜੀ ਨੂੰ ਮਹਾਰਾਜ ਨੇ ਆਖਿਆ ਨਮਾਜ਼ ਤੇ ਪੜ੍ਹੀ ਹੈ ਪਰ ਮਨ ਨਮਾਜ਼ ਦੇ ਵਿੱਚ ਨਹੀਂ। ਨਮਾਜ਼ ਕੀ ਪੜ੍ਹਨੀ ਹੈ? ਅੱਲਾ ਨੂੰ ਯਾਦ ਕਰਨਾ, ਰੱਬ ਨੂੰ ਯਾਦ ਕਰਨਾ, ਖੁਦਾ ਨੂੰ ਯਾਦ ਕਰਨਾ। ਪਰ ਜੇ ਸਰੀਰ ਕਰਕੇ ਯਾਦ ਕੀਤਾ, ਮਨ ਨਹੀਂ, ਤੇ ਹਾਜ਼ਰੀ ਅੱਧੀ ਹੋ ਜਾਏਗੀ, ਬਲਕਿ ਗਏ ਹਾਜ਼ਰ ਹੋ ਜਾਵਾਂਗੇ। ਸਰੀਰ ਦੇ ਨਾਲ ਨਾਲ ਮਨ ਨੂੰ ਵੀ ਟਿਕਾ, ਤੇਰਾ ਮਨ ਵੀ ਸੁਣੇ ਕਿ ਤੂੰ ਕੀ ਜਪਿਆ ਹੈ। ਤੇ ਵਿਦਵਾਨ ਕਹਿੰਦੇ ਨੇ ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ। ਤਨ ਦੀ ਨਹੀਂ, ਮਨ ਦੀ ਦੁਆ ਕਬੂਲ ਹੋਣੀ ਹੈ। ਜਦੋਂ ਤੇਰਾ ਮਨ ਬੋਲੇਗਾ ਨਾ, ਗੜਗੜਾਏਗਾ, ਮਨ ਤਰਲਾ ਕਰੇਗਾ, ਉਹ ਫਰਿਆਦ ਪੂਰੀ ਹੋਣੀ। ਸਤਿਗੁਰੂ ਕਹਿਣ ਲੱਗੇ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ। ਇਹ ਭਾਈ, ਇਹ ਭਰਾਵਾ, ਵਾਹਿਗੁਰੂ ਨੂੰ ਚੇਤੇ ਕਰ ਮਨ ਕਰਕੇ, ਵਾਹਿਗੁਰੂ ਨੂੰ ਚੇਤੇ ਕਰ ਤਨ ਕਰਕੇ, ਵਾਹਿਗੁਰੂ ਨੂੰ ਚੇਤੇ ਕਰ ਆਪਣੀ ਬਾਣੀ ਕਰਕੇ, ਲਫ਼ਜ਼ਾਂ ਕਰਕੇ। ਇਸ ਤਰ੍ਹਾਂ ਚੇਤੇ ਕਰਿਆ ਕਰ ਜੇ ਕੁਝ ਪਾਉਣਾ ਚਾਹੁੰਦਾ। ਕਈ ਵਾਰੀ ਧਿਆਨ ਕਿਤੇ ਹੈ, ਕਈ ਵਾਰੀ ਸਰੀਰ ਕਿਤੇ ਹੈ, ਕਈ ਵਾਰੀ ਬਚਨ ਕਿਤੇ ਹੈ, ਪਤਾ ਹੀ ਨਹੀਂ। ਇਸ ਤਰ੍ਹਾਂ ਸਿਮਰਨ ਨਹੀਂ ਹੋਵੇ। ਯਾਦ ਕਰਨਾ ਤੇ ਤਿੰਨੇ ਚੀਜ਼ਾਂ ਨੂੰ ਇਕੱਠਿਆਂ ਕਰ। ਫਿਰ ਬਖਸ਼ਿਸ਼ ਕਰਦੇ ਹਨ। ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ। ਸਤਿਗੁਰੂ ਬਖਸ਼ਦੇ ਰਾਮ ਨੂੰ ਸਿਮਰ। ਇੱਕ ਵਾਰੀ ਬਚਨ ਹੋਇਆ, ਹੋ ਸਕਦਾ ਅਸੀਂ ਧਿਆਨ ਨਾ ਦਿੱਤਾ ਹੋਵੇ। ਦੂਜੀ ਵਾਰੀ ਮਹਾਰਾਜ ਕਹਿੰਦੇ ਰਾਮ ਸਿਮਰ, ਰੱਬ ਦਾ ਨਾਮ ਸਿਮਰਿਆ ਕਰ। ਥੋੜ੍ਹਾ ਜਿਹਾ ਧਿਆਨ ਦਿੱਤਾ,
ਨਹੀਂ ਵੀ ਦਿੱਤਾ। ਤੀਜੀ ਵਾਰੀ ਫਿਰ ਆਖਿਆ, ਕਹਿਣ ਲੱਗੇ ਰਾਮ ਸਿਮਰ। ਸਾਧੂ ਦਾ ਜਿਹੜਾ ਤੀਜਾ ਬਚਨ ਹੁੰਦਾ ਨਾ, ਉਹ ਕਦੇ ਉਹਦੇ ਤੋਂ ਇਨਕਾਰੀ ਨਹੀਂ ਹੋਈਦਾ, ਉਹਨੂੰ ਮੰਨ ਲਈਦਾ। ਮੰਨਾਂਗੇ ਤੇ ਪਾ ਲਵਾਂਗੇ। 3 ਵਾਰੀ ਕਹਿਣ ਤੋਂ ਭਾਵ ਕੋਈ ਬਹੁਤਾ ਜ਼ਰੂਰੀ ਕੰਮ ਹੋਵੇ, ਸਾਡਾ ਬੱਚਾ ਕਿਸੇ ਕੰਮ ਚੱਲਿਆ, ਕੰਮ ਬੜਾ ਮਹਿੰਗਾ, ਬੜੇ ਪੈਸੇ ਵਾਲਾ, ਬੜਾ ਲੋੜ ਮੁਤਾਬਕ ਹੈ, ਬੱਚੇ ਨੂੰ 1 ਵਾਰੀ ਸਮਝਾਇਆ ਜਾਂਦਾ, ਆਖਦਾ ਮਾਂ ਮੈਨੂੰ ਪਤਾ ਲੱਗ ਗਿਆ। ਨਹੀਂ, ਕੀ ਜਾ ਕੇ ਕਵੇਂਗਾ, ਮੈਨੂੰ ਦੁਬਾਰਾ ਫਿਰ ਬੋਲ ਕੇ ਦੱਸ। ਦੁਬਾਰਾ ਫਿਰ ਪੁੱਛਿਆ ਜਾਂਦਾ, ਨਹੀਂ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਈ। ਤੀਜੀ ਵਾਰੀ ਫਿਰ ਬੋਲ ਕੇ ਦੱਸਿਆ ਜਾਂਦਾ। ਬੱਚੇ ਨੂੰ ਪੱਕਿਆਂ ਕੀਤਾ ਜਾਂਦਾ ਵੀ ਕਿਤੇ ਭੁੱਲ ਨਾ ਜਾਵੇ। ਮਹਾਰਾਜ ਦੇ ਅਸੀਂ ਬੱਚੇ ਹੀ ਹਾਂ, ਸਾਨੂੰ ਪੱਕਿਆਂ ਕਰਦੇ ਪਏ, ਵੇਖੀ ਕਿਤੇ ਦੁਨੀਆ ਤੇ ਜਾ ਕੇ ਆ ਬਚਨ ਨਾ ਭੁੱਲ ਜਾਵੀਂ, ਰਾਮ ਦੇ ਸਿਮਰਨ ਕਰਨ ਵਾਲਾ। 3 ਵਾਰੀ ਬਚਨ ਵਾਰ-ਵਾਰ ਮਹਾਰਾਜ ਨੇ ਆਖਿਆ। ਗੁਰਮੁਖੋ, ਸਾਧੂ ਦਾ ਜਿਹੜਾ ਬਚਨ ਤੀਜੀ ਵਾਰੀ ਨਾ ਕਮਾਉਣ ਵਾਲਾ ਹੁੰਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਭਾਈ ਡੱਲਿਆ ਵੇਖ ਕਿੰਨੇ ਸੋਹਣੇ ਅੰਬ ਲੱਗੇ। ਭਾਈ ਡੱਲੇ ਨੇ ਇੱਧਰ ਉੱਧਰ ਨਿਗਾਹ ਮਾਰੀ, ਵੇਖ ਕੇ ਆਂਦਾ, ਨਹੀਂ ਮਹਾਰਾਜ, ਇਹ ਤੇ ਅੱਕ ਨੂੰ ਲੱਗੇ ਨੇ ਫਲ, ਅੰਬ ਨਹੀਂ ਲੱਗੇ। ਸਤਿਗੁਰੂ ਚੁੱਪ ਕਰ ਗਏ। ਅਸੀਂ ਤੇ ਅੰਬਾਂ ਦੇ ਫਲ ਹੁਣੇ ਹੀ ਦੇਣਾ ਚਾਹੁੰਦੇ, ਪਰ ਇਹ ਤੇ ਅੱਕ ਦੇ ਫਲ ਕਹਿ ਕੇ ਤੇ ਬਚਨ ਇਹਨੇ ਟਾਲਿਆ। ਥੋੜਾ ਜਿਹਾ ਅੱਗੇ ਗਏ, ਮਹਾਰਾਜ ਨੇ ਫਿਰ ਬਚਨ ਆਖਿਆ, ਕਹਿਣ ਲੱਗੇ, ਵੇਖ ਕਿੰਨੇ ਸੋਹਣੀਆਂ ਫਸਲਾਂ ਖਲੋਤੀਆਂ, ਗੰਨੇ ਵਗੈਰਾ ਖਲੋਤੇ। ਫਿਰ ਇਸ ਨੇ ਅੱਗੋਂ ਕਹਿ ਦਿੱਤਾ, ਨਹੀਂ ਮਹਾਰਾਜ, ਇਹ ਤੇ ਲੰਮੀ ਲੰਮੀ ਦੱਬ ਹੈ, ਕਾਂ ਹੈ, ਫਸਲਾਂ ਨਹੀਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਡੱਲਿਆ, ਜੇ ਬਚਨ ਨਾ ਮੋੜਦਾ ਤੇ ਸਭ ਕੁਝ ਹੁਣੇ ਹੀ ਦੇ ਜਾਂਦੇ। ਜੋ ਕੁਝ ਆਖਿਆ ਨਾ, ਜੋ ਕੁਝ ਕਿਹਾ, ਇਹ ਸਭ ਕੁਝ ਹੁਣੇ ਹੀ ਹੋ ਜਾਣਾ, ਪਰ ਤੂੰ ਬਚਨ ਫੇਰ ਦਿੱਤਾ, ਬਚਨ ਮੋੜ ਦਿੱਤਾ, ਹੁਣ ਨਹੀਂ ਇਹ ਕੁਝ ਹੋਵੇਗਾ। ਭਾਈ ਡੱਲੇ ਨੇ ਚਰਨ ਫੜੇ ਮਹਾਰਾਜ ਦੇ, ਸਤਿਗੁਰੂ, ਮੈਂ ਇੱਕ ਬੰਦੇ ਦੇ ਭੁੱਲਣਹਾਰ ਗਲਤੀ ਕਰਨ ਕਰਕੇ ਸਾਰੇ ਇਲਾਕੇ ਨੂੰ ਆਪ ਜੀ ਐਸੀ ਸਜ਼ਾ ਨਾ ਦਿਓ, ਕਿਰਪਾ ਕਰੋ, ਇਲਾਕਾ ਵਸ ਜਾਵੇ, ਆਬਾਦ ਹੋ ਜਾਵੇ, ਖੁਸ਼ਹਾਲ ਹੋ ਜਾਵੇ, ਕਿਰਪਾ ਕਰੋ। ਤੀਜੀ ਵਾਰੀ ਬਚਨ ਆਖਿਆ, ਕਹਿਣ ਲੱਗੇ, ਹੋ ਜਾਏਗਾ, ਪਰ ਹੁਣ ਸਮਾਂ ਪਏਗਾ, ਸਮਾਂ ਪੈ ਕੇ ਆਪਣੇ ਆਪ ਹੀ ਆਬਾਦ ਹੋਏਗਾ, ਪ੍ਰਫੁੱਲਤ ਹੋ ਜਾਏ। ਤਾਂ 10ਵੇਂ ਪਾਤਸ਼ਾਹ ਮਹਾਰਾਜ ਦੇ ਉਹ ਬਚਨ ਫਿਰ ਨਾ ਹੌਲੀ ਹੌਲੀ ਜਾ ਕੇ ਪੂਰੇ ਹੋਏ। ਫਿਰ ਨਹਿਰਾਂ ਨਿਕਲੀਆਂ, ਸੂਏ ਨਿਕਲੇ, ਪਾਣੀ ਦਾ ਪ੍ਰਬੰਧ ਹੋਇਆ ਤੇ ਉਹ ਸਾਰੀ ਧਰਤੀ ਉਪਜਾਊ ਹੋ ਗਈ। ਸਾਧੂ ਦਾ ਬਚਨ, ਗੁਰੂ ਦਾ ਬਚਨ ਮੋੜਨਾ ਨਹੀਂ ਚਾਹੀਦਾ। ਮੋੜ ਦਈਏ ਘਾਟਾ ਪੈ ਜਾਂਦਾ ਜਾਂ ਸਮਾਂ ਪੈ ਜਾਂਦਾ। ਸਾਧੂ ਨੇ, ਭਗਤ ਕਬੀਰ ਸਾਹਿਬ ਜੀ, ਹੁਣ ਸਾਧੂ ਦਾ ਬਚਨ ਕਿਉਂ ਮੋੜੀਏ? ਕਹਿਣ ਲੱਗੇ, ਰਾਮ ਸਿਮਰ ਨਹੀਂ ਸੁਣਿਆ। ਦੂਜੀ ਵਾਰੀ ਕਹਿੰਦੇ ਰਾਮ ਸਿਮਰ। ਤੀਜੀ ਵਾਰੀ ਫਿਰ ਆਖਿਆ, ਉਹ ਭਾਈ ਭਗਤਾ ਪਿਆਰਿਆ, ਰਾਮ ਸਿਮਰਿਆ ਕਰ, ਤੇਰਾ ਭਲਾ ਹੋਵੇਗਾ। 3 ਵਾਰੀ ਕਿਹਾ। ਬਚਨ ਜ਼ਰੂਰੀ ਹੁੰਦਾ ਹੈ, ਮੰਨਣਾ ਹੀ ਮੰਨਣਾ। ਇਹ ਤਾਂ ਮਹਾਰਾਜ ਨੇ ਬਚਨ ਲਿਖੇ। ਫਿਰ ਫਰਮਾਉਂਦੇ ਹਨ, ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ ਭਾਈ। ਤੀਜੀ ਵਾਰੀ ਅਰਥ ਆਪਾਂ ਇਸ ਤਰ੍ਹਾਂ ਕਰ ਲਵਾਂਗੇ, ਜਿਹੜਾ ਰਾਮ ਸਿਮਰਨੇ ਯੋਗ ਹੈ, ਜਿਹੜਾ ਰਾਮ ਰਮਿਆ ਹੋਇਆ। ਕਿਉਂਕਿ ਰਾਮ ਵੀ ਤੇ ਕਈ ਨੇ ਨਾ, ਲੋਕਾਂ ਨੇ ਨਾਮ ਰਖਾ ਲਿਆ। ਹਿੰਦੂ ਮਤ ਵਿੱਚ ਬਹੁਤੇ ਬੰਦਿਆਂ ਦਾ ਨਾਮ ਰਾਮ ਤੋਂ ਹੀ ਸ਼ੁਰੂ ਹੁੰਦਾ। ਭੁਲੇਖਾ ਨਾ ਪੈ ਜਾਵੇ ਕਿਹੜੇ ਰਾਮ ਦੀ ਗੱਲ ਕੀਤੀ। ਵਿਦਵਾਨਾਂ ਨੇ ਲਿਖਿਆ, ਇੱਕ ਰਾਮ ਚੰਦਰ ਜੀ ਅਵਤਾਰ ਵੀ ਹੋਏ ਨੇ ਦੁਆਪਰ ਤ੍ਰੇਤੇ ਯੁੱਗ ਦੇ ਵਿੱਚ ਅਯੁੱਧਿਆ ਦੇ। ਕੁਝ ਲੋਕ ਉਹਨਾਂ ਦਾ ਨਾਮ ਵੀ ਲੈਂਦੇ, ਪਰ ਇੱਥੇ ਉਸ ਰਾਮ ਦੀ ਗੱਲ ਕੀਤੀ ਹੈ ਜਿਹੜਾ ਰਾਮ ਸਾਰਿਆਂ ਥਾਵਾਂ ਤੇ ਰਮਿਆ ਹੋਇਆ, ਸਾਰਿਆਂ ਥਾਵਾਂ ਤੇ ਸਮਾਇਆ, ਜਿਹੜਾ ਕਣ ਕਣ ਵਿੱਚ ਬੈਠਾ ਹੋਇਆ। ਜਿਮੀ ਜਮਾਨ ਕਹਿ ਬਿਖੈ ਸਮਸਤ ਏਕ ਜੋਤ ਹੈ, ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ। ਇਹ ਉਸ ਰਾਮ ਦੀ ਗੱਲ ਕੀਤੀ ਹੈ। ਮਹਾਰਾਜ ਕਹਿਣ ਲੱਗੇ, ਜਿਹੜਾ ਸਾਰੇ ਥਾਵਾਂ ਤੇ ਰਮਿਆ ਹੋਇਆ, ਜਿਹੜਾ ਸਿਮਰਨ ਕਰਨ ਦੇ ਯੋਗ ਹੈ, ਜਿਹਦਾ ਸਿਮਰਨ ਕੀਤਿਆਂ ਵਾਕਿਆ ਹੀ ਪ੍ਰਾਪਤੀ ਹੋ ਜਾਂਦੀ।
ਕਈ ਵਾਰੀ ਆਪਾਂ ਕਿਸੇ ਬੰਦੇ ਦੇ ਸਾਰੀ ਉਮਰ ਪੱਲਾ ਫੜ ਕੇ ਮਗਰ ਮਗਰ ਤੁਰੇ ਫਿਰੀਏ ਨਾ, ਤੇ ਉਹ ਬਾਅਦ ਵਿੱਚ ਜਦੋਂ ਆਪਣਾ ਰੰਗ ਵਿਖਾਉਂਦਾ ਤਾਂ ਆਪਾਂ ਆਖਦੇ ਨਹੀਂ ਇਹ ਬੰਦਾ ਤੇ ਨਿਕੰਮਾ ਹੀ ਸੀ, ਮੈਂ ਤੇ ਇਹਨੂੰ ਕੁਝ ਹੋਰ ਸਮਝਿਆ ਪਰ ਨਿਕਲਿਆ ਕੁਝ ਹੋਰ ਹੈ। ਕਿਉਂਕਿ ਸਾਡੀ ਉਹਨੇ ਉਹ ਲੋੜ ਪੂਰੀ ਨਹੀਂ ਕੀਤੀ ਜਿਹੜੀ ਅਸੀਂ ਰੱਖ ਕੇ ਉਹਦੇ ਮਗਰ ਤੁਰੇ ਫਿਰੇ। ਫਿਰ ਸਾਨੂੰ ਉਹ 'ਤੇ ਗੁੱਸਾ ਵੀ ਆਉਂਦਾ ਵੀ ਇਹ ਬੰਦਾ ਉਹ ਨਹੀਂ ਨਿਕਲਿਆ ਜਿਹੜਾ ਮੈਂ ਸੋਚੀ ਬੈਠਾ, ਸਮਝੀ ਬੈਠਾ, ਸੁਣੀ ਬੈਠਾ। ਪਰ ਜਿਹੜਾ ਰਾਮ ਹੈ ਨਾ, ਇਹ ਵਾਕਿਆ ਹੀ ਸਿਮਰਨੇ ਯੋਗ ਹੈ। ਜੋ ਤੂੰ ਸਮਝੀ ਬੈਠਾ ਰਾਮ ਉਹੀ ਹੈ। ਜੋ ਤੂੰ ਮੰਗੇਗਾ ਉਹ ਤੈਨੂੰ ਮਿਲ ਜਾਏਗਾ, ਇਹ ਰਾਮ ਉਹੀ ਹੈ। ਇਹਨੂੰ ਸਿਮਰਨ ਕਰਕੇ ਇਹ ਨਹੀਂ ਕਹਿਣਾ ਪਵੇਗਾ ਵੀ ਮੈਂ ਤੇ ਕੁਝ ਹੋਰ ਹੀ ਸਮਝਿਆ ਸੀ ਰੱਬ ਨੂੰ, ਤੇ ਰੱਬ ਦੇ ਅੱਗੋਂ ਕੁਝ ਹੋਰ ਹੀ ਨਿਕਲ ਆਇਆ, ਮੈਨੂੰ ਤੇ ਮਿਲਿਆ ਹੀ ਕੱਖ ਨਹੀਂ। ਇਹ ਨਹੀਂ ਕਹਿਣਾ ਪਵੇਗਾ। ਏਵੜ ਆਪ ਤੇਵੜ ਤੇਰੀ ਦਾਤ। ਜਿੰਨਾ ਵੱਡਾ ਉਹ ਆਪ ਹੈ ਉਹਦਾ ਸਿਮਰਨ ਕਰੇਗਾ, ਦਾਤਾਂ ਉਸ ਤੋਂ ਵੀ ਵੱਡੀਆਂ। ਤੂੰ ਤੇ 10% ਮੰਗੇਗਾ, 1000% ਦੇਵੇਗਾ, ਕਿਉਂਕਿ ਉਹ ਸਿਮਰਨ ਕਰਨ ਦੇ ਯੋਗ ਹੈ। ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ। ਜਿਹੜਾ ਸਿਮਰਨੇ ਯੋਗ ਰਾਮ ਹੈ, ਜਿਹੜਾ ਸਾਰੇ ਥਾਵਾਂ 'ਤੇ ਸਮਾਇਆ ਹੋਇਆ ਹੈ, ਰਮਿਆ ਹੋਇਆ ਹੈ, ਉਸ ਰਾਮ ਦਾ ਸਿਮਰਨ ਕਰਿਆ ਕਰ। ਰਾਮ ਨਾਮ ਸਿਮਰਨ ਬਿਨ ਬੂਢ ਤੇ ਅਧਿਕਾਈ। ਜਿਨ੍ਹਾਂ ਨੇ ਰਾਮ ਦੇ ਨਾਮ ਦਾ ਸਿਮਰਨ ਨਹੀਂ ਕੀਤਾ, ਮੈਨੂੰ ਰੱਬ ਦਾ ਨਾਮ ਲੈਣ ਦੀ ਲੋੜ ਨਹੀਂ ਹੈ। ਕਿਉਂ? ਅਧਿਕਾਈ, ਮੇਰੇ ਕੋਲ ਬਹੁਤੀ ਮਾਇਆ ਹੈ, ਮੈਨੂੰ ਸਿਮਰਨ ਕਰਨ ਦੀ ਕੀ ਲੋੜ ਹੈ। ਮੇਰੇ ਕੋਲ ਪੈਸਾ ਬਹੁਤ ਹੈ, ਮੇਰੇ ਕੋਲ ਘਰ ਬਹੁਤ ਨੇ, ਮੇਰੇ ਕੋਲ ਜ਼ਗੀਰਾਂ ਬਹੁਤ ਨੇ, ਮੇਰੇ ਕੋਲ ਹਾਥੀ ਘੋੜੇ ਬਹੁਤ ਨੇ, ਮੇਰੇ ਕੋਲ ਸੋਨਾ ਚਾਂਦੀ ਬਹੁਤ ਹੈ। ਅਧਿਕਾਈ ਤੋਂ ਭਾਵ ਹੁੰਦਾ ਬਹੁਤਾ, ਅਧਿਕ, ਜ਼ਿਆਦਾ। ਮੈਨੂੰ ਰਾਮ ਦਾ ਨਾਮ ਸਿਮਰਨ ਦੀ ਲੋੜ ਨਹੀਂ ਹੈ, ਮੇਰੇ ਕੋਲ ਪੈਸਾ ਹੀ ਬਹੁਤ ਹੈ। ਕਿਉਂਕਿ ਰੱਬ ਦੇ ਨਾਮ ਨੂੰ ਸਿਮਰਿਆ ਜਾਂਦਾ ਲੋੜ ਕਰਕੇ। ਕੋਈ ਗਰੀਬ ਜਪਦਾ ਪਿਆ ਤਾਂ ਉਹਦੀ ਲੋੜ ਹੈ ਕਿ ਮੈਨੂੰ ਆਹ ਚੀਜ਼ ਮਿਲ ਜਾਵੇ। ਪਰ ਮੇਰੇ ਕੋਲ ਤੇ ਸਾਰੀਆਂ ਹੀ ਲੋੜਾਂ ਪੂਰੀਆਂ ਨੇ, ਪੁੱਤਰ ਧੀਆਂ ਵੀ ਹੈ, ਸੁੱਖ ਵੀ ਹੈ, ਪੈਸਾ ਧਨ ਦੌਲਤ ਸਭ ਕੁਝ ਹੈ, ਮੈਂ ਕਿਉਂ ਸਿਮਰਾਂ। ਕੁਝ ਲੋਕਾਂ ਦੀ ਮਨਸ਼ਾ ਇਹ ਹੁੰਦੀ ਹੈ ਵੀ ਰੱਬ ਨੂੰ ਯਾਦ ਤਾਂ ਕੀਤਾ ਜਾਂਦਾ ਕਿਉਂਕਿ ਰੱਬ ਤੋਂ ਕੁਝ ਲੈਣਾ ਹੁੰਦਾ, ਪਦਾਰਥ। ਮੈਨੂੰ ਤੇ ਪਦਾਰਥਾਂ ਦੀ ਲੋੜ ਨਹੀਂ, ਮੇਰੇ ਕੋਲ ਤਾਂ ਹੈ ਹੀ ਬੜੇ, ਮੈਂ ਕਿਉਂ ਸਿਮਰਾਂ। ਕੁਝ ਲੋਕਾਂ ਦੀ ਇਹ ਮੱਤ ਹੈ। ਤੇ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਰਾਮ ਨਾਮ ਸਿਮਰਨ ਬਿਨ। ਰਾਮ ਦੇ ਨਾਮ ਨੂੰ ਸਿਮਰਿਆ ਨਹੀਂ, ਖਾਲੀ ਰਹਿ ਗਿਆ। ਖਾਲੀ ਤਾਂ ਰਹਿ ਗਿਆ ਵੀ ਅਧਿਕਾਈ, ਮੇਰੇ ਕੋਲ ਬਹੁਤੀ ਮਾਇਆ ਹੈ। ਤੇ ਕਬੀਰ ਸਾਹਿਬ ਜੀ ਕਹਿੰਦੇ ਬੂਢ ਤੇ ਉਹ ਡੁੱਬ ਗਏ ਸੰਸਾਰ ਵਿੱਚ, ਤਰ ਨਹੀਂ ਸਕੇ ਕਿ ਉਹਨਾਂ ਨੇ ਨਾਮ ਨਹੀਂ ਜਪਿਆ। ਨਾਮ ਇੱਕ ਜਹਾਜ਼ ਹੈ, ਨਾਮ ਇੱਕ ਬੇੜਾ ਹੈ। ਜਦੋਂ ਬੇੜਾ ਹੀ ਨਹੀਂ ਹੋਵੇਗਾ ਤੇ ਨਦੀ ਪਾਰ ਕਿਵੇਂ ਕਰੇਗਾ। ਬੇੜੀ ਨਹੀਂ ਹੋਵੇਗੀ, ਨਦੀ ਪਾਰ ਕਿਵੇਂ ਕਰੇਗਾ। ਬੇੜਾ ਜਹਾਜ਼ ਨਹੀਂ ਹੋਵੇਗਾ ਤੇ ਸਮੁੰਦਰ ਪਾਰ ਕਿਵੇਂ ਕਰੇਗਾ। ਵਾਹਿਗੁਰੂ ਨਾਮ ਜਹਾਜ਼ ਹੈ, ਬਚਨ ਮਹਾਰਾਜ ਦੇ। ਪਰਮਾਤਮਾ ਦਾ ਨਾਮ ਜਹਾਜ਼ ਹੈ, ਪਰ ਉਹ ਮੈਂ ਜਹਾਜ਼ ਨੂੰ ਤੇ ਖਰੀਦਿਆ ਹੀ ਨਹੀਂ, ਮੈਂ ਤੇ ਜਹਾਜ਼ ਦੇ ਵਿੱਚ ਹਿੱਸਾ ਪਾਇਆ ਹੀ ਨਹੀਂ। ਕਿਉਂ? ਮੇਰੇ ਕੋਲ ਤੇ ਮਾਇਆ ਬੜੀ ਹੈ, ਮੇਰੇ ਕੋਲ ਤੇ ਧਨ ਬਹੁਤ ਹੈ। ਨਹੀਂ ਹਿੱਸਾ ਪਾਇਆ ਤੇ ਜਦੋਂ ਸੰਸਾਰ ਤਰਨਾ ਪਵੇਗਾ ਨਾ, ਤੇ ਫਿਰ ਉਸ ਜਹਾਜ਼ ਦੇ ਨੇੜੇ ਨਹੀਂ ਕੋਈ ਲੱਗਣ ਦੇਵੇਗਾ। ਜਹਾਜ਼ ਦੇ ਵਿੱਚ ਸਫ਼ਰ ਉਹ ਕਰਦਾ ਜਿਹਦੇ ਕੋਲ ਟਿਕਟ ਹੋਵੇਗੀ। ਟਿਕਟ ਲੈਣ ਤੋਂ ਪਹਿਲਾਂ ਜਿਹੜੀ ਉਹਨਾਂ ਦੀ ਮਰਿਆਦਾ ਹੈ, ਉਹਨਾਂ ਦੇ ਅਸੂਲ ਨੇ, ਕਾਨੂੰਨ ਨੇ, ਉਹ ਪੂਰੇ ਕਰਨੇ ਪੈਣਗੇ, ਟਿਕਟ ਵੀ ਤਾਂ ਮਿਲੇਗੀ। ਪਰ ਜੇ ਉਹਨਾਂ ਅਸੂਲ ਵੀ ਪੂਰਾ ਨਾ ਕੀਤਾ ਹੋਵੇ, ਟਿਕਟ ਵੀ ਖਰੀਦੀ ਨਾ ਹੋਵੇ, ਤੇ ਭੱਜ ਕੇ ਬੰਦਾ ਆ ਕੇ ਵੀ ਜਹਾਜ਼ ਚੜ੍ਹਾਂ ਤੇ ਫਿਰ ਮਾਰ ਪਵੇਗੀ ਨਾ। ਜੇਲ੍ਹ ਤੇ ਹੋ ਸਕਦੀ ਹੈ ਪਰ ਯਾਤਰਾ ਨਹੀਂ ਹੋਵੇਗੀ। ਵਿਦੇਸ਼ ਦੀ ਯਾਤਰਾ ਤਾਂ ਨਹੀਂ ਹੋਵੇਗੀ, ਜੇਲ੍ਹ ਯਾਤਰਾ ਜ਼ਰੂਰ ਹੋ ਜਾਏਗੀ। ਇਸੇ ਤਰ੍ਹਾਂ ਤੂੰ ਰਾਮ ਦੇ ਨਾਮ ਨੂੰ ਜਪਿਆ ਨਹੀਂ, ਵਾਹਿਗੁਰੂ ਤੇ ਕਦੇ ਆਖਿਆ ਨਹੀਂ, ਹਿੱਸਾ ਤੇ ਕਦੇ ਪਾਇਆ ਨਹੀਂ, ਤਰੇਗਾ ਕਿਵੇਂ ਜਦੋਂ ਤਰਨ ਦਾ ਵੇਲਾ ਆ ਗਿਆ। ਨਹੀਂ ਤਰੇਗਾ, ਡੁੱਬ ਜਾਏਗਾ। ਡੁੱਬੇਗਾ ਕਿੱਥੇ? ਐਸੇ ਸੰਸਾਰ ਵਿੱਚ ਵਾਰ-ਵਾਰ ਫਿਰ ਇੱਥੇ ਗੋਤੇ ਆਉਣਗੇ, ਇੱਕ ਜਨਮ ਤੋਂ ਦੂਜਾ, ਦੂਜੇ ਤੋਂ ਤੀਜਾ। ਪੰਕ ਜੋ ਮੋਹ ਪੱਗ ਨਹੀਂ ਚਾਲੈ, ਹਮ ਦੇਖਾ
ਤਹਿ ਡੂਬੀ ਉਹ ਰੂਪੀ ਚੱਕੜ ਪੈਰ ਨਹੀਂ ਨਿਕਲੇਗਾ। ਦਲਦਲ ਹੀ ਇਹੋ ਜਿਹੀ ਹੈ, ਫਸ ਜਾਏਗਾ, ਡੁੱਬਦੇ ਹੋਏ ਵੇਖੇ ਜਾਂਦੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਰਾਮ ਦੇ ਨਾਮ ਨੂੰ ਸਿਮਰਿਆ ਨਹੀਂ, ਖਾਲੀ ਹੈ। ਖਾਲੀ ਤਾਂ ਰਹਿ ਗਿਆ ਵੀ ਹੰਕਾਰ ਮਾਣ ਦੌਲਤ ਦਾ ਹੈ, ਉਹ ਡੁੱਬ ਗਿਆ। ਫਿਰ ਬਖਸ਼ਿਸ਼ ਕਰਦੇ ਹਨ। ਰਾਮ ਨਾਮ ਸਿਮਰਨ ਬਿਨ ਬੂੜ ਤੇ ਅਧਿਕਾਈ। ਮੈਨੂੰ ਸਿਮਰਨ ਕਰਨ ਦੀ ਲੋੜ ਨਹੀਂ ਹੈ। ਕਿਉਂ? ਮੈਂ ਬਹੁਤ ਜ਼ਿਆਦੇ ਕਰਮ ਧਰਮ ਕੀਤੇ। ਅਧਿਕਾਈ ਤੋਂ ਭਾਵ ਹੁੰਦਾ ਬਹੁਤ ਹੈ। ਮੈਂ ਫਲਾਣੀ ਥਾਂ ਦੀ ਇੰਨੀ ਯਾਤਰਾ ਕਰ ਆਇਆ, ਹੁਣ ਮੈਂ ਯਾਤਰਾ ਕਰ ਲਈ ਹੈ, ਮੈਨੂੰ ਨਾਮ ਜਪਣ ਦੀ ਲੋੜ ਨਹੀਂ ਹੈ। ਮੈਂ ਇੰਨੇ ਕੰਬਲ ਇੰਨੇ ਖੇਸ ਦਾਨ ਕਰ ਦਿੱਤੇ, ਇੰਨੀ ਰੋਟੀ ਇੰਨੇ ਲੋਕਾਂ ਨੂੰ ਖਵਾ ਦਿੱਤੀ, ਇੰਨਾ ਮੈਂ ਦਾਨ ਸੋਨੇ ਦਾ ਚਾਂਦੀ ਦਾ ਰੁਪਈਆਂ ਦਾ ਕਰ ਦਿੱਤਾ, ਇੰਨੇ ਮੈਂ ਕਰਮਕਾਂਡ ਸੂਰਜ ਨੂੰ ਪਾਣੀ ਦੇ ਦਿੱਤਾ, ਤੁਲਸੀ ਨੂੰ ਪਾਣੀ ਪਾ ਦਿੱਤਾ, ਗਾਂ ਨੂੰ ਪੇੜਾ ਚਾਰ ਦਿੱਤਾ, ਕੀੜਿਆਂ ਨੂੰ ਆਟਾ ਪਾ ਦਿੱਤਾ। ਇਹ ਸਾਰੇ ਕਰਮ ਮੈਂ ਕਰ ਲਏ ਨੇ, ਇੱਕ ਨਹੀਂ ਕੀਤਾ, ਬਹੁਤੇ ਕੀਤੇ ਨੇ। ਪਤਾ ਨਹੀਂ ਕਿੰਨੇ ਕੁ ਪੇੜੇ ਚਾਰੇ, ਕਿੰਨੇ ਕੁ ਕੀੜਿਆਂ ਦੇ ਭੌਣ ਤੇ ਆਟਾ ਡੋਲਿਆ, ਕਿੰਨੇ ਕੁ ਸੂਰਜਾਂ ਨੂੰ ਪਾਣੀ, ਤੁਲਸੀ ਨੂੰ ਪਾਣੀ, ਕਿੰਨੇ ਕੁ ਪੁੰਨ ਤੇ ਦਾਨ ਕੀਤੇ। ਅਧਿਕਾਈ ਬਹੁਤੇ ਹੀ ਕੀਤੇ, ਜਿਹਦੀ ਗਿਣਤੀ ਕੋਈ ਨਾ ਹੋਵੇ। ਨਾ ਯਾਤਰਾ ਦੀ ਗਿਣਤੀ ਕੋਈ ਕਰ ਸਕੇ, ਨਾ ਪੁੰਨ ਦਾਨ ਦੀ ਕਰ ਸਕੇ। ਪਰ ਮਹਾਰਾਜ ਕਹਿਣ ਲੱਗੇ ਜਦੋਂ ਇਹ ਗੱਲ ਵਿੱਚ ਆਵੇਗਾ ਨਾ ਵੀ ਮੈਂ ਅਧਿਕਾਈ, ਮੈਂ ਬਹੁਤੇ ਚੰਗੇ ਕਰਮ ਕਰ ਬੈਠਾ ਜਾਂ ਕੀਤੇ ਨੇ, ਤੇ ਫਿਰ ਮਾਨ ਆ ਗਿਆ। ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾ, ਨਾਨਕ ਨਿਫਲ ਜਾਤੇ ਜਿਉ ਕੁੰਚਰ ਇਸ਼ਨਾਨ। ਮਹਾਵਤ ਨੂੰ ਦਿਸਿਆ ਵੀ ਮੇਰਾ ਹੱਥ ਹੀ ਬੜਾ ਗੰਦਾ ਹੋ ਗਿਆ। ਲੈ ਗਿਆ ਦਰਿਆ ਦੇ ਵਿੱਚ ਬਿਠਾਇਆ, ਮਲ ਮਲ ਕੇ ਹਾਥੀ ਨੂੰ ਸ਼ੈਂਪੂ ਸਾਬਣ ਨਾਲ ਨਵਾਇਆ, ਬੜਾ ਸੋਹਣਾ ਰੰਗ ਕੱਢਿਆ ਤੇ ਲੈ ਕੇ ਬੜੀ ਖੁਸ਼ੀ ਖੁਸ਼ੀ ਚਾਅ ਨਾਲ ਬਾਹਰ ਆਇਆ। ਵਿਖਾਉਣ ਲੱਗਾ ਵੀ ਆਹ ਵੇਖੋ ਮੇਰਾ ਹਾਥੀ ਬੜਾ ਸੋਹਣਾ ਬਣ ਗਿਆ। ਹਾਥੀ ਨੇ ਬਾਹਰ ਆਉਂਦਿਆਂ ਹੀ ਚੁੱਕ ਚੁੱਕ ਕੇ ਰੇਤਾ ਮਿੱਟੀ ਆਪਣੇ ਸਰੀਰ ਤੇ ਪਾਈ। ਚੰਗੇ ਤੋਂ ਫਿਰ ਗੰਦਾ ਬਣ ਗਿਆ। ਉਨਾ ਚਿਰ ਸਾਫ਼ ਰਿਹਾ ਜਿੰਨਾ ਚਿਰ ਪਾਣੀ ਵਿੱਚ ਬੈਠਾ ਰਿਹਾ। ਪਾਣੀ ਤੋਂ ਨਿਕਲਦੀ ਢੇਰ ਹੈ, ਫਿਰ ਪਹਿਲਾਂ ਵਰਗਾ ਗੰਦਾ ਹੀ ਹੋ ਗਿਆ। ਮਹਾਰਾਜ ਕਹਿਣ ਲੱਗੇ ਹਾਲਤ ਕੋਈ ਤੇਰੀ ਵੀ ਐਸੀ ਹੈ। ਇੰਨੀ ਯਾਤਰਾ ਕਰ ਆਇਆ, ਇੰਨੇ ਪੁੰਨ ਕਰਤੇ, ਇੰਨੇ ਦਾਨ ਕਰਤੇ, ਇੰਨਾ ਭਲਾ ਕਰਤਾ, ਗਿਣਤੀ ਕਰਦਾ ਪਿਆ, ਮਾਨ ਵੱਧਦਾ ਪਿਆ। ਜਿਵੇਂ ਜਿਵੇਂ ਮਾਨ ਵੱਧਦਾ ਪਿਆ, ਕੀਤਾ ਕਰਮ ਨਿਸਫਲ ਹੋਈ ਜਾ ਰਿਹਾ ਹੈ। ਡੁੱਬ ਜਾਏਗਾ ਬੰਦਿਆ। ਹੰਕਾਰ ਦੀ ਪੰਡ ਚੋਕੇ ਨਹੀਂ ਉਹ ਤੁਰਿਆ ਜਾਣਾ। ਦਰਿਆ ਪਾਰ ਕਰਨਾ ਤੇ ਖਾਲੀ ਹੱਥ ਪੈਰ ਮਾਰੇਗਾ ਤੇ ਹੋ ਸਕਦਾ ਕਿਸੇ ਤਣ ਪੱਤਣ ਲੱਗ ਜਾਵੇਂ, ਪਰ ਜੇ ਕਵੇਂ ਵੀ ਸਿਰ ਤੇ ਵੱਡੀ ਪੰਡ ਮਨ ਦੀ ਚੁੱਕ ਲਵਾਂ ਤੇ ਫਿਰ ਤਰ ਕੇ ਪਾਰ ਕਰਾਂ, ਨਹੀਂ, ਪੰਡ ਵੀ ਡੁੱਬੇਗੀ, ਆਪ ਵੀ ਡੁੱਬੇਗਾ। ਇਹ ਹੰਕਾਰ ਦੀ ਪੰਡ ਚੁੱਕੀ ਹੈ ਨਾ। ਅਧਿਕਾਈ ਵੀ ਮੇਰੇ ਵਰਗੇ ਤੇ ਚੰਗੇ ਕੰਮ ਹੀ ਕੋਈ ਨਹੀਂ ਕਰਦਾ। ਇਹ ਹੰਕਾਰ ਹੈ। ਚੰਗਾ ਕਰਮ ਕੋਈ ਵੀ ਹੋ ਸਕਦਾ। ਮੈਂ ਇੰਨੇ ਬੱਚਿਆਂ ਨੂੰ ਪੜ੍ਹਾ ਦਿੱਤਾ ਹੈ, ਮੈਂ ਇੰਨੇ ਬੱਚਿਆਂ ਦੀ ਫੀਸ ਦੇ ਰਿਹਾ, ਮੈਂ ਇੰਨੇ ਰੋਗੀਆਂ ਦਾ ਇਲਾਜ ਕਰਵਾ ਰਿਹਾ, ਮੈਂ ਇੰਨਿਆਂ ਦੇ ਉੱਪਰ ਇੰਨਾ ਦਾਨ ਕੀਤਾ। ਇਹ ਸਾਰੇ ਸ਼ੁਭ ਕਰਮ ਨੇ। ਪਰ ਸ਼ੁਭ ਕਰਮ ਕਰਕੇ ਗਿਣਤੀ ਕਰ ਲਈ ਵੀ ਮੈਂ ਇੰਨਿਆਂ ਵਾਸਤੇ ਇੰਨਾ ਕੁਝ ਕੀਤਾ, ਮੇਰੇ ਜਿੰਨਾ ਤੇ ਕਿਸੇ ਨੇ ਕੀਤਾ ਨਹੀਂ। ਡੁੱਬ ਗਿਆ ਦੁਨੀਆ। ਇੱਕ ਹਰੀ ਚੰਦ ਨਾਮ ਦਾ ਰਾਜਾ ਹੋਇਆ ਨਾ, ਕਹਿਣ ਲੱਗੇ ਬੜਾ ਦਾਨ ਪੁੰਨ ਕੀਤਾ, ਬੜੇ ਜਪ ਤਪ ਕੀਤੇ। ਉਹਦੇ ਜਪਾਂ ਤਪਾਂ ਤੋਂ ਖੁਸ਼ ਹੋ ਕੇ ਰਾਜੇ ਨੂੰ ਆਖਿਆ, ਰਾਜਾ ਮੰਗ ਕੀ ਚਾਹੀਦਾ? ਕਹਿਣ ਲੱਗਾ ਮੈਨੂੰ ਇਹ ਚਾਹੀਦਾ ਵੀ ਮੈਂ ਤੇ ਬੜਾ ਭਲਾ ਕਰਨਾ ਚਾਹੁੰਦਾ, ਜਦੋਂ ਮੈਂ ਸਵਰਗਾਂ ਨੂੰ ਜਾਵਾਂ ਮੇਰਾ ਸਾਰਾ ਪਿੰਡ ਹੀ ਜਾਵੇ। ਬਿਲਕੁਲ ਜੀ ਜਾਏਗਾ। ਚੱਲ ਪਿਆ ਆਪਣੀ ਨਗਰੀ ਲੈ ਕੇ। ਸ਼ਾਸਤਰਾਂ ਵਿੱਚ ਬਚਨ ਲਿਖਿਆ, ਜਦੋਂ ਜਾਂਦਾ ਪਿਆ ਨਾ ਤੇ ਖੋਤਾ ਹਿਣਕਿਆ। ਖੋਤੇ ਨੇ ਆਵਾਜ਼ ਕੱਢੀ ਹੂ ਕਰਕੇ। ਖੋਤਾ ਸੀ ਆਪਣੇ ਪਲੰਘੇ ਤੇ, ਉਸ ਵੇਲੇ ਉੱਠ ਪਿਆ। ਪੁੱਛਿਆ ਆਵਾਜ਼ ਕਿੱਥੋਂ ਆਈ ਹੈ? ਕਹਿਣ ਲੱਗੇ ਜੀ ਖੋਤਾ ਹਿਣਕਦਾ ਪਿਆ। ਆਪਣੇ ਆਪ ਨੂੰ ਸੁਣਾ ਕੇ ਕਹਿਣ ਲੱਗਾ, ਕਹਿੰਦਾ ਵਾਹ ਹਰੀ ਚੰਦਾ, ਇੱਥੇ ਤੇ ਬੰਦੇ ਨਹੀਂ ਸਵਰਗਾਂ ਨੂੰ ਜਾਂਦੇ, ਤੂੰ ਤੇ ਖੋਤੇ ਵੀ ਸਵਰਗਾਂ ਨੂੰ ਲਈ ਜਾਂਦਾ। ਇੰਨੀ ਗੱਲ ਸੁਣੀ, ਸਵਰਗਾਂ ਦੇ ਦਰਵਾਜ਼ੇ ਬੰਦ ਹੋ ਗਏ। ਹੰਕਾਰੀ ਬੰਦੇ ਵਾਸਤੇ ਜਗ੍ਹਾ ਨਹੀਂ।
ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਐਡੇ ਐਡੇ ਵੱਡੇ ਰਾਜੇ ਜਿਹੜੇ ਆਪਣੇ ਨਗਰ ਨੂੰ ਮੁਕਤ ਕਰਨ ਦੀ ਸਮਰੱਥਾ ਰੱਖਦੇ, ਸਵਰਗ ਲਿਜਾਣ ਦੀ ਸਮਰੱਥਾ ਰੱਖਦੇ ਸਨ, ਹੰਕਾਰ ਕਰਕੇ ਤੇ ਦਰਵਾਜ਼ੇ ਉਹਨਾਂ ਵਾਸਤੇ ਬੰਦ ਹੋ ਗਏ। ਤੇ ਤੂੰ ਤੇ ਕਿਸੇ ਪਾਸਿਓਂ ਵੀ ਉਪਾਸਕ ਨਹੀਂ ਹੈ, ਉਹਨਾਂ ਦੇ ਬਰਾਬਰ ਨਹੀਂ ਹੈ। ਮਨ ਵਿੱਚ ਮਾਣ ਆ ਗਿਆ ਵੀ ਮੇਰੇ ਵਰਗੇ ਚੰਗੇ ਕਰਮ ਕੋਈ ਨਹੀਂ। ਇਹ ਮਾਣ ਕਰ ਲਿਆ, ਰਾਮ ਦੇ ਨਾਮ ਦਾ ਸਿਮਰਨ ਨਹੀਂ ਕੀਤਾ, ਸੰਸਾਰ ਵਿੱਚ ਡੁੱਬ ਜਾਏਗਾ, ਤਰਿਆ ਨਹੀਂ ਜਾਣਾ, ਵਾਰ-ਵਾਰ ਜਨਮਾਂ ਵਿੱਚ ਆਉਣਾ ਹੈ। ਰਹਾਉ ਬੰਤਾ ਸੁਤ ਦੇਹ ਗ੍ਰਹਿ ਸੰਪਤ ਸੁਖਦਾਈ। ਦੁਨੀਆ ਦੇ ਵਿੱਚ ਇਹ ਰਿਸ਼ਤੇਦਾਰੀਆਂ ਨੇ ਸਾਡੀਆਂ, ਹਰੇਕ ਦੀਆਂ ਹੁੰਦੀਆਂ। ਬੰਤਾ ਤੋਂ ਭਾਵ ਘਰ ਵਾਲੀ, ਅਤੇ ਸੁਤ ਨਾਮ ਪੁੱਤਰ ਦਾ, ਇਹ ਨਾਮ ਸਰੀਰ ਦਾ ਜਿਹੜਾ ਸਾਨੂੰ ਮਿਲਿਆ ਹੋਇਆ, ਤੇ ਗ੍ਰਹਿ ਨਾਮ ਘਰ ਦਾ, ਤੇ ਸੰਪਤ ਧਨ ਦੌਲਤ, ਹਾਥੀ ਘੋੜੇ, ਮੱਝਾਂ ਗਾਵਾਂ, ਕਾਰ ਮੋਟਰਾਂ, ਮੋਟਰਸਾਈਕਲ ਵਗੈਰਾ, ਜੋ ਵੀ ਇਹਨੂੰ ਕਹਿੰਦੇ ਸੰਪਤੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਨੂੰ ਸੁਖਦਾਈ ਸਮਝੀ ਬੈਠਾ ਹੈ, ਮੇਰੀ ਘਰ ਵਾਲੀ ਮੈਨੂੰ ਬੜਾ ਸੁੱਖ ਦਿੰਦੀ ਹੈ, ਮੇਰੀ ਹਰ ਆਗਿਆ ਦਾ ਪਾਲਨ ਕਰਦੀ ਹੈ, ਜਾਂ ਘਰ ਵਾਲੀ ਇਹ ਗੱਲ ਕਵੇ ਕਿ ਮੇਰਾ ਘਰ ਵਾਲਾ ਬੜਾ ਚੰਗਾ ਹੈ, ਮੇਰੇ ਕਹਿਣੇ ਦੇ ਵਿੱਚ ਹੈ, ਮੇਰੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ, ਮੈਨੂੰ ਹਰ ਵੇਲੇ ਖੁਸ਼ ਰੱਖਦਾ, ਭਾਵੇਂ ਮੀਆਂ ਭਾਵੇਂ ਬੀਵੀ ਹੈ, ਦੋਨੇ ਹੀ ਇਹ ਗੱਲ ਕਹਿਣ ਵੀ ਅਸੀਂ ਬੜੇ ਇੱਕ ਦੂਜੇ ਤੋਂ ਖੁਸ਼ ਆ। ਵੈਸੇ ਹੁੰਦਾ ਕੋਈ ਨਹੀਂ ਹੈ, ਕੋਈ ਨਾ ਕੋਈ ਤਾਂ ਰਫੜ ਪਿਆ ਹੀ ਰਹਿੰਦਾ ਆਪਸ ਵਿੱਚ, ਪਰ ਜੇ ਕੋਈ ਕਹਿ ਵੀ ਦੇਵੇ। ਤੇ ਮਹਾਰਾਜ ਕਹਿਣ ਲੱਗੇ ਪੁੱਤਰ, ਮੇਰੇ ਪੁੱਤਰ ਤੇ ਸਰਵਣ ਹੀ ਨੇ, ਬੜੇ ਆਗਿਆਕਾਰੀ ਨੇ, ਮੈਂ ਕਹਾਂ ਤੇ ਉੱਠਦੇ, ਮੈਂ ਕਹਿੰਦਾ ਤੇ ਬੈਠਦੇ, ਮੇਰੇ ਕਹਿਣੇ ਵਿੱਚ ਮੇਰੇ ਕੋਲ ਬੈਠੇ ਰਹਿੰਦੇ, ਮੇਰਾ ਦੁੱਖ ਸੁੱਖ ਪੁੱਛਦੇ। ਤੇ ਦੂਜਾ ਬਚਨ ਦੇ ਸਰੀਰ, ਵੀ ਮੇਰਾ ਸਰੀਰ ਬੜਾ ਨਵਾਂ ਨਰੋਇਆ, ਤੰਦਰੁਸਤ, ਮੈਂ ਕਦੇ ਬਿਮਾਰ ਨਹੀਂ ਹੋਇਆ, ਮੈਂ ਜੋ ਖਾ ਲਵਾਂ ਮੈਨੂੰ ਪਚ ਜਾਂਦਾ, ਮੈਂ ਜੋ ਪਾ ਲਵਾਂ ਮੈਨੂੰ ਫੱਬਣ ਲੱਗ ਪੈਂਦਾ। ਇਹ ਵੀ ਇੱਕ ਵੱਡੀ ਬਿਮਾਰੀ ਹੈ ਨਾ, ਕਿ ਕਈਆਂ ਨੂੰ ਹਰੇਕ ਕੱਪੜਾ ਚੰਗਾ ਲੱਗਦਾ, ਕਈਆਂ ਨੂੰ ਜਿੰਨੇ ਮਰਜ਼ੀ ਪਾ ਲੈਣ, ਵਿਚਾਰਿਆਂ ਨੂੰ ਨਹੀਂ ਲੱਗਦੇ ਚੰਗੇ ਮੇਰੇ ਵਰਗਿਆਂ ਨੂੰ। ਕਈ ਜਿਹੜਾ ਮਰਜ਼ੀ ਹਾਰ ਸ਼ਿੰਗਾਰ ਕਰ ਲੈਣ ਚੰਗਾ ਲੱਗਦਾ, ਕਈ ਸਾਰਾ ਕੁਝ ਹੀ ਕਰ ਲੈਣ ਤੇ ਤਾਂ ਵੀ ਡਰਾਉਣੇ ਲੱਗਦੇ। ਜਾਂ ਕਈਆਂ ਦੀ ਸਾਰੀ ਉਮਰ ਦਵਾਈ ਬੂਟੀ ਚੱਲਦੀ ਰਹਿੰਦੀ ਹੈ, ਕਦੇ ਕੁਝ ਹੋ ਗਿਆ, ਕਦੇ ਕੁਝ ਹੋ ਗਿਆ, ਕੁਝ ਨਾ ਕੁਝ ਦਰਦਾਂ ਪੀੜਾ ਰਹਿੰਦੀਆਂ। ਪਰ ਕਈ ਤੁਹਾਨੂੰ ਉਹ ਵੀ ਮਿਲਣਗੇ ਜਿਹੜੇ ਕਹਿਣਗੇ ਵੀ ਮੈਂ ਤੇ 70 ਸਾਲ 80 ਸਾਲ 60 ਸਾਲ 50 ਸਾਲ ਗੋਲੀ ਤੱਕ ਨਹੀਂ ਖਾਧੀ। ਇਹੋ ਜਿਹੇ ਸਰੀਰ ਵੀ ਹੋਣਗੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਵੇਂ ਤੰਦਰੁਸਤ ਸਰੀਰ ਹੈ, ਭਾਵੇਂ ਸਰਵਣ ਵਰਗੇ ਆਗਿਆਕਾਰੀ ਪੁੱਤਰ ਧੀਆਂ ਨੇ, ਤੇ ਭਾਵੇਂ ਮੀਆਂ ਚੰਗਾ ਤੇ ਭਾਵੇਂ ਬੀਵੀ ਚੰਗੀ ਹੈ, ਕੋਈ ਬੰਦਾ ਆਖੇ ਵੀ ਮੈਨੂੰ ਇਹਨਾਂ ਤੋਂ ਬੜੇ ਸੁੱਖ ਮਿਲੇ ਨੇ, ਕਈਆਂ ਕੋਲ ਬੜੇ ਬੜੇ ਸੋਹਣੇ ਘਰ ਨੇ, ਜਾਂ ਬੜੇ ਬੜੇ ਸੋਹਣੇ ਇਲਾਕਿਆਂ ਦੇ ਵਿੱਚ ਘਰ ਨੇ, ਵੀ ਉੱਥੇ ਗਰਮੀ ਵੀ ਨਹੀਂ ਲੱਗਦੀ ਤੇ ਠੰਡ ਵੀ ਨਹੀਂ ਲੱਗਦੀ, ਘਰਾਂ ਦੇ ਸੁੱਖ, ਤੇ ਕਈਆਂ ਕੋਲ ਸੰਪਤੀ। ਮਹਾਰਾਜ ਕਹਿਣ ਲੱਗੇ ਇਹ ਜਿਹੜੀਆਂ ਚੀਜ਼ਾਂ ਸੁੱਖ ਦਾ ਹੀ ਮੰਨੀ ਬੈਠਾ ਨਾ, ਵੀ ਇਹ ਸਾਰੀਆਂ ਮੈਨੂੰ ਸੁੱਖ ਦਿੰਦੀਆਂ ਹਨ। ਇਨਮੇ ਕਛ ਨਾਹੀ ਤੇਰੋ ਕਾਲ ਅਵਧ ਆਈ। ਜਦੋਂ ਮੌਤ ਦਾ ਸੁਨੇਹਾ ਆ ਗਿਆ ਨਾ, ਜਿੰਨੀਆਂ ਚੀਜ਼ਾਂ ਪਿੱਛੇ ਗਣੀਆਂ ਨੇ, ਇਹਨਾਂ ਵਿੱਚੋਂ ਇੱਕ ਵੀ ਤੇਰੇ ਨਾਲ ਨਹੀਂ ਤੁਰਨੀ, ਕਿਸੇ ਨੇ ਸੁੱਖ ਨਹੀਂ ਦੇਣਾ। ਕਾਲ ਅਵਧ ਆਈ, ਕਾਲ ਦਾ ਸਮਾਂ ਆ ਗਿਆ, ਮੌਤ ਦਾ ਬੁਲਾਵਾ ਆ ਗਿਆ, ਵੀ ਚੱਲ ਵੀ ਫਲਾਣਾ ਸਿਆ ਤੇਰਾ ਸਮਾਂ ਪੂਰਾ ਹੋ ਗਿਆ ਤੇ ਚਲੀਏ। ਇਨਮੈ ਕਛ ਨਾਹੇ ਤੇਰੋ, ਇਹਨਾਂ ਵਿੱਚੋਂ ਤੇਰਾ ਕੋਈ ਨਹੀਂ। ਜਿਹੜਾ ਪੁੱਤਰ ਕਹਿੰਦਾ ਸੀ ਨਾ ਵੀ ਬਾਪੂ ਨੂੰ ਗਰਮੀ ਲੱਗਦੀ ਹੈ, ਪੱਖਾ ਝੱਲਾਂ, ਪੱਖਾ ਲਾ ਦਿਆਂ, ਉਸੇ ਪੁੱਤਰ ਨੇ ਚੁੱਕ ਕੇ ਲੱਕੜਾਂ ਤੇ ਪਾ ਕੇ ਅੱਗ ਦੇ ਹਵਾਲੇ ਕਰ ਦੇਣਾ। ਉਦੋਂ ਨਹੀਂ ਕਹਿਣਾ ਵੀ ਇਹਨੂੰ ਗਰਮੀ ਲੱਗੇਗੀ ਕਿ ਸੜੇਗਾ। ਜਿਨ੍ਹਾਂ ਨੂੰ ਸੁਖਦਾਈ ਸਮਝੀ ਬੈਠਾ, ਜਿਸ ਘਰ ਵਾਲੀ ਨੂੰ ਕਹਿੰਦਾ ਸੀ ਵੀ ਇਹ ਮੈਨੂੰ ਬੜਾ ਸੁੱਖ ਦਿੰਦੀ ਹੈ, ਜਾਂ ਘਰ ਵਾਲਾ ਮੈਨੂੰ ਪਤੀ ਮੇਰਾ ਬੜਾ ਸੁੱਖ ਦਿੰਦਾ ਹੈ, ਜਿਨ੍ਹਾਂ ਨੂੰ ਆਪਣੇ ਸਮਝੀ ਬੈਠਾ ਵੀ ਸਾਰੀ ਉਮਰ ਸੁੱਖ ਦਿੰਦੇ ਪਏ, ਮੀਆਂ ਦੇ ਨਾਲ ਬੀਵੀ ਨਹੀਂ ਜਾਏਗੀ, ਬੀਵੀ ਨਾਲ ਮੀਆਂ ਨਹੀਂ ਜਾਏਗਾ, ਵੀ ਪਰਲੋਕ ਦੇ ਵਿੱਚ ਇਹਨੂੰ ਮਾਰ ਪੈਣੀ ਹੈ ਤੇ ਮੈਂ ਇਹਦੀ ਮਦਦ ਕਰਾਂਗਾ, 2 ਡੰਡੇ ਇਹਦੇ ਵੱਜਣਗੇ, 2 ਨਾਲ ਮੈਂ ਖਾ ਲਵਾਂਗਾ, ਵੀ ਇਹਨੂੰ ਨਾ ਮਾਰੋ। ਨਹੀਂ, ਉੱਥੇ ਨਾਲ ਨਹੀਂ ਕਿਸੇ ਨੇ ਜਾਣਾ, ਉੱਥੇ ਜਿਹਦੇ ਜਿੰਨੇ ਵੱਜਣੇ ਨੇ ਉਹਦੇ ਆਪਣੇ ਹੀ ਸਹਿਣੇ ਪੈਣਗੇ, ਦੂਜਾ ਕੋਈ ਨਹੀਂ ਅੱਗੇ ਹੋਵੇ।
ਭਾਵੇਂ ਪੁੱਤਰ ਹੈ, ਬੜੇ ਚੰਗੇ ਨੇ, ਆਪਣੇ ਬਾਪੂ ਦੀ ਆਨ ਬਾਨ ਸ਼ਾਨ ਨੇ, ਪਰ ਨਹੀਂ ਨਾਲ ਨਹੀਂ ਤੁਰਨਗੇ। ਚੰਗੀ ਦੇਹ ਤੰਦਰੁਸਤ ਹੈ, ਇਹ ਵੀ ਨਾਲ ਨਹੀਂ। ਚੰਗਾ ਘਰ ਕੋਲ ਹੈ, ਇਹ ਵੀ ਨਾਲ ਨਹੀਂ। ਜਿਨ੍ਹਾਂ ਨੂੰ ਸੁਖਦਾਈ ਸਮਝੀ ਬੈਠਾ ਹੈ, ਭਾਈ ਭਲਿਆ ਮੌਤ ਦਾ ਸਮਾਂ ਆ ਗਿਆ, ਇਹਨਾਂ ਵਿੱਚੋਂ ਕਿਸੇ ਨੇ ਤੇਰੇ ਨਾਲ ਨਹੀਂ ਹੋ ਜਾਣਾ। ਬੜੇ ਸੌਖੇ ਬਚਨ ਨੇ ਕਬੀਰ ਸਾਹਿਬ ਦੇ, ਸਿੱਧੇ ਸਿੱਧੇ। ਇਨ ਮੈਂ ਕਾਸ਼ ਨਾਹੇ ਤੇਰੋ, ਇਹਨਾਂ ਵਿੱਚੋਂ ਕੋਈ ਨਹੀਂ ਹੈ ਤੇਰਾ। ਕਦੋਂ ਕਾਲ ਅਵਧ ਆਈ, ਜਦੋਂ ਕਾਲ ਦਾ ਸਮਾਂ ਆ ਗਿਆ, ਮੌਤ ਦਾ ਸੁਨੇਹਾ ਆ ਗਿਆ, ਇਹਨਾਂ ਵਿੱਚੋਂ ਕਿਸੇ ਨੇ ਤੇਰੇ ਨਾਲ ਨਹੀਂ ਜਾਣਾ ਹੈ। ਅਜਾਮਲ ਗਜ ਗਨਕਾ ਪਤਤ ਕਰਮ ਕੀਨੇ। ਸਤਿਗੁਰੂ ਬਖਸ਼ਿਸ਼ ਕਰਦੇ। ਦੁਨੀਆ ਤੇ ਬੜੇ ਬੜੇ ਪਾਪੀ ਵੀ ਹੋਏ, ਦਿਲ ਨਾ ਛੱਡ ਕੇ ਬਹਿ ਜਾ ਵੀ ਮੇਰਾ ਕੀ ਬਣੇਗਾ। ਨਹੀਂ, ਪਾਪੀਆਂ ਦੇ ਵਿੱਚ ਵੀ ਮਹਾਰਾਜ ਕਹਿਣ ਲੱਗੇ ਅਸੰਖ ਪਾਪੀ ਪਾਪ ਕਰ ਜਾਹੇ। ਜੇ ਤੇਰੇ ਕੋਲੋਂ 2-4 ਪਾਪ ਹੋ ਗਏ ਤੇ ਘਬਰਾ ਨਾ ਜਾਈ ਵੀ ਮੇਰਾ ਕੀ ਬਣੇਗਾ। ਅਸੰਖ ਬੇਗਿਣਤ ਪਾਪ ਕਰਨ ਵਾਲੇ ਵੀ ਦੁਨੀਆ ਤੇ ਹੋਏ। ਮਹਾਰਾਜ ਕੋਈ 1-2 ਨਾਮ ਵੀ ਆਪ ਜੀ ਦੱਸ ਦਿਓ, ਸਾਡਾ ਹੌਸਲਾ ਬਣ ਜਾਵੇ। ਤੇ ਸਤਿਗੁਰਾਂ ਨੇ ਪਹਿਲਾ ਨਾਮ ਵਰਤਿਆ ਅਜਾਮਲ। ਪੰਡਤ ਵਾਸਤੇ ਵੇਸਵਾ ਦੇ ਨਾਲ ਵਿਆਹ ਕਰਾਉਣਾ ਬੜਾ ਵੱਡਾ ਪਾਪ ਹੈ। ਪੰਡਤ ਵਾਸਤੇ, ਬ੍ਰਾਹਮਣ ਵਾਸਤੇ। ਬ੍ਰਾਹਮਣ ਦਾ ਵਿਆਹ ਕੇਵਲ ਬ੍ਰਾਹਮਣੀ ਨਾਲ ਹੁੰਦਾ, ਪੰਡਤਾਣੀ ਨਾਲ ਹੋ ਸਕਦਾ। ਪਰ ਇਹ ਪੰਡਤ ਵਿਦਵਾਨ ਹੈ, ਬੜੀ ਲੰਮੀ ਸਾਖੀ ਹੈ। ਕਹਿਣ ਲੱਗੇ ਰਾਜ ਸਭਾ ਦਰਬਾਰ ਵਿੱਚ ਜਾਂਦਾ, ਕਥਾ ਕਰਦਾ ਸ਼ਾਸਤਰਾਂ ਦੀ। ਇੱਕ ਦਿਨ ਬਾਜ਼ਾਰ ਵਿੱਚੋਂ ਲੰਘਦਾ ਪਿਆ, ਇੱਕ ਵੇਸਵਾ ਉੱਪਰ ਚੁਬਾਰੇ ਤੇ ਨੱਚਦੀ ਪਈ ਹੈ, ਬੜੀ ਸੋਹਣੀ ਆਵਾਜ਼ ਕੰਨਾਂ ਵਿੱਚ ਪਈ ਹੈ। ਜਾ ਕੇ ਉਹਦਾ ਨਾਚ ਵੇਖਿਆ, ਬੜੀ ਸੋਹਣੀ ਲੱਗੀ ਹੈ, ਸ਼ਿੰਗਾਰ ਉਹਨੇ ਕੀਤੇ ਹੋਏ। ਉਹਨੇ ਰਾਜੇ ਦੇ ਦਰਬਾਰ ਵਿੱਚ ਕਥਾ ਕਰਦਾ ਸੀ, ਮਾਇਆ ਦਾ ਘਾਟਾ ਇਹਦੇ ਕੋਲ ਕੋਈ ਨਹੀਂ, ਹੈ ਵੀ ਸੋਹਣਾ ਸੁਨੱਖਾ ਤੇ ਪੰਡਤ। ਵੇਸਵਾ ਨੇ ਵੇਖਿਆ ਵੀ ਇਹ ਮੇਰੀਆਂ ਲੋੜਾਂ ਪੂਰੀਆਂ ਕਰ ਸਕਦਾ। ਇਸ ਪੰਡਤ ਨੇ ਵੇਖਿਆ ਵੀ ਇਹ ਸੋਹਣੀ ਸੁਨੱਖੀ ਹੈ ਤੇ ਮੈਂ ਇਹਦੇ ਨਾਲ ਵਿਆਹ ਕਰਾਵਾਂ। ਦੋਨਾਂ ਦੀ ਰਜਾਮੰਦੀ ਹੋਈ ਤੇ ਵਿਆਹ ਹੋ ਗਿਆ, ਸੰਤਾਨ ਪੈਦਾ ਹੋ ਗਈ। ਭਾਈਚਾਰੇ ਸ਼ਰੀਕੇ ਕਬੀਲੇ ਨੇ ਕੱਢ ਦਿੱਤਾ, ਪੰਡਤਾਂ ਨੇ ਆਪਣੀ ਬਰਾਦਰੀ ਚੋਂ ਕੱਢ ਦਿੱਤਾ, ਜਾ ਚਲੇ ਜਾ। ਸ਼ਹਿਰ ਵਾਲਿਆਂ ਨੇ ਸ਼ਹਿਰ ਵਿੱਚੋਂ ਕੱਢ ਦਿੱਤਾ, ਰਾਜੇ ਨੇ ਦਰਬਾਰ ਵਿੱਚੋਂ ਕੱਢ ਦਿੱਤਾ। ਜਿਹੜਾ ਬੰਦਾ ਆਪ ਇਹੋ ਜਿਹਾ ਕੁਕਰਮੀ ਹੈ, ਦੂਜਿਆਂ ਦਾ ਕੀ ਕਰੇਗਾ। ਬਾਹਰ ਬੈਠ ਗਿਆ ਝੁੱਗੀ ਬਣਾ ਕੇ ਕਿਤੇ ਰਾਹ ਤੇ। ਕੋਈ ਸਾਧੂ ਲੱਗਿਆ ਜਾਂਦਾ ਆਪਣੀ ਮੰਡਲੀ ਦੇ ਨਾਲ, ਫਿਰ ਵੀ ਪੰਡਤ ਸੀ, ਵਿਦਵਾਨ ਸੀ, ਗ੍ਰੰਥ ਪੜ੍ਹੇ ਸਨ, ਇੰਨੀ ਸੋਝੀ ਸੀ ਵੀ ਸਾਧੂਆਂ ਦੇ ਬਚਨ ਪੂਰੇ ਹੁੰਦੇ। ਜਦੋਂ ਕੋਈ ਸਾਧੂ ਲੰਘਿਆ ਜਾਂਦਾ, ਭੱਜ ਕੇ ਪੈਰ ਫੜੇ, ਮੇਰੇ ਘਰੇ ਪ੍ਰਸ਼ਾਦਾ ਛਕੋ, ਸ਼ਰਨ ਪਾਓ। ਸਾਧੂ ਉਬੜੇ ਸਨ, ਪਾਸਿਓਂ ਕਿਤੇੋਂ ਆਏ, ਉਹਨਾਂ ਨੂੰ ਪਤਾ ਨਹੀਂ ਸੀ ਵੀ ਇਹਨੇ ਇਹ ਕੰਮ ਕੀਤਾ। ਚਲੇ ਗਏ, ਪ੍ਰਸ਼ਾਦਾ ਭੋਜਨ ਛਕਿਆ, ਪੈਰ ਫੜ ਕੇ ਕਹਿਣ ਲੱਗਾ ਮੈਂ ਪੰਡਤ ਹਾਂ, ਮੇਰੇ ਕੋਲੋਂ ਇਹ ਗੁਨਾਹ ਹੋਇਆ, ਮੇਰੀ ਮੁਕਤੀ ਦਾ ਮਾਰਗ ਦੱਸੋ, ਰਸਤਾ ਦੱਸੋ, ਕੀ ਕਰਾਂ। ਸਾਧੂ ਬੜਾ ਸਿਆਣਾ, ਕਿਉਂਕਿ ਵਿਦਵਾਨ ਬੰਦੇ ਨੂੰ ਛੇਤੀ ਕੀਤਿਆਂ ਕਿਸੇ ਗੱਲ ਤੇ ਯਕੀਨ ਨਹੀਂ ਹੁੰਦਾ, ਸ਼ਰਧਾ ਨਹੀਂ ਵੱਜਦੀ ਹੈ ਵਿਦਵਾਨ ਦੀ। ਗ੍ਰੰਥ ਪੜ੍ਹਨ ਵਾਲਾ, ਗ੍ਰੰਥ ਸੁਣਾਉਣ ਵਾਲਾ, ਸੁਣਾਉਣ ਪੜ੍ਹਨ ਤੱਕ ਸੀਮਤ ਰਹਿ ਜਾਂਦਾ ਹੈ। ਵਿਸ਼ਵਾਸ ਕਰਨਾ, ਕਮਾਈ ਕਰਨੀ ਬੜੇ ਘੱਟ ਸਰੀਰ ਹੁੰਦੇ। ਹੁਣ ਸਾਧੂ ਜਾਣਦਾ ਸੀ ਵੀ ਇਹਨੇ ਗ੍ਰੰਥ ਪੜ੍ਹੇ ਨੇ, ਗ੍ਰੰਥ ਤੇ ਪੜ੍ਹ ਲਏ ਨੇ, ਪਰ ਇਹਨੂੰ ਯਕੀਨ ਕੋਈ ਨਹੀਂ। ਜੇ ਯਕੀਨ ਹੁੰਦਾ ਤੇ ਸਾਧੂ ਕੋਲ ਜਾਣ ਦੀ ਲੋੜ ਹੀ ਨਾ ਪੈਂਦੀ। ਗ੍ਰੰਥ ਵਿੱਚ ਤੇ ਪਹਿਲਾਂ ਲਿਖਿਆ ਵੀ ਨਾਮ ਜਪ ਤੇ ਭਲਾ ਹੋਵੇਗਾ। ਨਹੀਂ ਸੀ ਯਕੀਨ ਤੇ ਤਾਂ ਹੀ ਗਿਆ। ਸਾਧੂ ਨੇ ਆਖਿਆ ਤੇਰੇ ਘਰ ਵਿੱਚ ਹੁਣ ਪੁੱਤਰ ਪੈਦਾ ਹੋਣ ਵਾਲਾ ਹੈ, ਤੇਰੀ ਘਰਵਾਲੀ ਗਰਭਵਤੀ ਹੈ, ਪੁੱਤਰ ਦਾ ਨਾਮ ਹੀ ਨਰਾਇਣ ਰੱਖ, ਤੇਰਾ ਭਲਾ ਹੋ ਜਾਏਗਾ। ਕਿਉਂਕਿ ਪੁੱਤਰ ਨੂੰ ਤੇ ਵਾਰ-ਵਾਰ ਬੁਲਾਏਗਾ ਨਾ ਮੋਹ ਦੇ ਵਿੱਚ। ਜਦੋਂ ਰਾਮ ਦਾ ਨਾਮ ਵਾਰ-ਵਾਰ ਜਪੇਗਾ, ਨਰਾਇਣ ਨਰਾਇਣ ਕਹੇਗਾ, ਪਾਪ ਧੁਲ ਜਾਣਗੇ, ਮੁਕਤ ਹੋ ਜਾਏਗਾ। ਅਜਾਮਲ ਨੇ ਨਾਮ ਜਪ ਕੇ, ਅਜਾਮਲ ਗਨਕਾ। ਦੂਜਾ ਨਾਮ ਵਰਤਿਆ ਗੜਕਾ ਨਾਮ ਦੀ ਇੱਕ ਵੇਸਵਾ ਹੋਈ ਗੁਰਮੁਖ। ਇੱਕ ਦਿਨ ਸਾਧੂ ਆ ਗਿਆ ਇਹਦੇ ਘਰ ਦੇ ਵਿੱਚ, ਇਹਦੇ ਚੁਬਾਰੇ ਜਿੱਥੇ ਰਹਿੰਦੀ ਹੈ। ਸਾਧੂ ਨੂੰ ਅੰਦਰ ਵੜ ਕੇ ਪਤਾ ਲੱਗਾ ਵੀ ਮੈਂ ਤੇ ਗਲਤ ਆ ਗਿਆ। ਜਦੋਂ ਵਾਪਸ ਮੁੜਨ ਲੱਗਾ ਤੇ ਇਹਨੇ ਭੱਜ ਕੇ ਪੈਰ ਫੜੇ। ਇੱਥੇ ਤੇ ਵਕਾਰੀ ਲੋਕ ਆਉਂਦੇ ਨੇ, ਮਾੜੀ ਸੋਚ ਵਾਲੇ ਲੋਕ ਆਉਂਦੇ ਨੇ, ਮੇਰੇ ਘਰੇ ਅੱਜ ਪਹਿਲੇ ਦਿਨ ਸਾਧੂ ਆਇਆ, ਮੇਰਾ ਭਲਾ ਕਰੋ।
ਤੇ ਸਾਧੂ ਨੇ ਵੀ ਜਾਣ ਲਿਆ ਵੀ ਜੇ ਇਹਨੂੰ ਸਿੱਧਾ ਕਿਹਾ ਨਾ ਰੱਬ ਦਾ ਨਾਮ ਜਪ, ਤੇ ਉਹਦੇ ਕਈਆਂ ਨੇ ਕਿਹਾ ਹੋਵੇਗਾ ਇਹਨੇ ਜਪਣਾ ਕੋਈ ਨਹੀਂ, ਉਹਨੇ ਤੋਤਾ ਦਿੱਤਾ ਹੈ। ਕਹਿਣ ਲੱਗਾ ਤੋਤਾ ਇਹਨੂੰ ਨਾ ਸਵੇਰੇ ਉੱਠ ਕੇ ਰੋਜ਼ ਰਾਮ ਰਾਮ ਕਰਾਇਆ ਕਰ, ਨਾਲੇ ਇਹਨੂੰ ਚੂਰੀ ਪਾਇਆ ਕਰ। ਰੱਖ ਲਿਆ ਤੋਤਾ, ਰੋਜ਼ ਨੇਮ ਬਣਾ ਲਿਆ ਵੇਸਵਾ ਨੇ, ਸਵੇਰੇ ਉੱਠਦੀ ਹੈ ਰਾਮ ਰਾਮ ਆਪ ਕਰਦੀ, ਤੋਤੇ ਨੂੰ ਕਰਾਉਂਦੀ। ਇੱਕ ਦਿਨ ਮੀਂਹ ਪੈਂਦਾ ਪਿਆ, ਤੋਤੇ ਦੇ ਪਿੰਜਰੇ ਵਿੱਚ ਸੱਪ ਵੜ ਗਿਆ, ਸੱਪ ਨੇ ਤੋਤਾ ਖਾ ਲਿਆ। ਹਨੇਰਾ ਹੈ, ਇਹ ਉੱਠੀ ਆਪਣੇ ਨੇਮ ਦੇ ਨਾਲ, ਨਹਾ ਧੋ ਕੇ ਰਾਮ ਰਾਮ ਕਰਦੀ। ਜਦੋਂ ਪਿੰਜਰੇ 'ਚ ਹੱਥ ਪਾਇਆ ਨਾ ਵੀ ਤੋਤਾ ਵਿੱਚ ਬੈਠਾ, ਮੈਂ ਜਗਾਵਾਂ ਤੇ ਇਹਨੂੰ ਰਾਮ ਰਾਮ ਕਹਾਵਾਂ, ਪਿੰਜਰੇ 'ਚ ਹੱਥ ਪਾਇਆ, ਅੱਗੋਂ ਸੱਪ ਨੇ ਡੰਗ ਮਾਰਿਆ। ਮੂੰਹ ਦੇ ਵਿੱਚ ਹੈ ਰਾਮ ਦਾ ਨਾਮ, ਸੱਪ ਲੜਿਆ, ਮੌਤ ਹੋ ਗਈ। ਰਾਮ ਰਾਮ ਕਰਦਿਆਂ ਬੈਕੁੰਠ ਨੂੰ ਚਲੇ ਗਏ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਦਲ ਤਰਲੋਚਨ ਤੇ ਨਰ ਮੁਕਤਾ, ਪੀਤਾੰਬਰ ਵਾਕੈ ਹਿਰਦੈ ਬਸੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਤੇ ਮਨੁੱਖ ਜੂਨਾ ਸਨ, ਜਿਨ੍ਹਾਂ ਨੇ ਮਨੁੱਖ ਜਨਮ ਪਾ ਕੇ ਪਾਪ ਕੀਤਾ, ਪਰ ਫਿਰ ਵੀ ਨਾਮ ਜਪਿਆ, ਭਲਾ ਹੋ ਗਿਆ। ਸਾਡੇ ਵਿੱਚ ਇੱਕ ਹੋਰ ਮਹਾਰਾਜ ਦੱਸਦੇ ਨੇ, ਇੱਕ ਗਜ ਨਾਮ ਦਾ ਹਾਥੀ ਹੋਇਆ। ਗਜ ਹਾਥੀ ਨੂੰ ਕਹਿੰਦੇ। ਇਹ ਕਹਿਣ ਲੱਗੇ ਹਾਥੀ ਜਦੋਂ ਪਾਣੀ ਪੀਣ ਗਿਆ ਨਾ ਦਰਿਆ ਨਦੀ ਦੇ ਵਿੱਚ, ਉੱਥੇ ਤੇਂਦੂਏ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਆਪਣੀਆਂ ਲੰਮੀਆਂ ਲੰਮੀਆਂ ਭਾਰੀ ਜਿਹੜੀਆਂ ਸਨ, ਭਾਰੀ ਜ਼ੋਰ ਦੇ ਨਾਲ ਹਾਥੀ ਨੂੰ ਪਕੜ ਲਿਆ। ਕਿੰਨੇ ਦਿਨ ਉਹ ਲੜਦਾ ਰਿਹਾ। ਇਹ ਪੁਰਾਣੀ ਕਥਾ ਹੈ, ਗ੍ਰੰਥਾਂ ਵਿੱਚ ਲਿਖੀ ਹੈ, ਪੁਰਾਣੇ ਯੁੱਗਾਂ, ਪਹਿਲੇ ਯੁੱਗਾਂ ਵਿੱਚ। ਅਸਲ ਵਿੱਚ ਇਹਨਾਂ ਦਾ ਪਿਛਲੇ ਜਨਮ ਦਾ ਕੋਈ ਲੇਖਾ ਜੋਖਾ ਸੀ ਇੱਕ ਦੂਜੇ ਦੇ ਨਾਲ। ਤੇਂਦੂਆ ਪਾਣੀ ਵਿੱਚ ਰਹਿਣ ਵਾਲਾ ਇੱਕ ਜੀਵ ਹੈ, ਹਾਥੀ ਧਰਤੀ ਤੇ ਰਹਿੰਦਾ। ਜਿੰਨਾ ਚਿਰ ਜ਼ੋਰ ਸੀ ਵਿਚਾਰਾ ਲੜਦਾ ਰਿਹਾ ਹਾਥੀ, ਪਰ ਪਾਣੀ ਵਿੱਚ ਖੁਰਾਕ ਨਹੀਂ ਮਿਲੀ, ਕਮਜ਼ੋਰ ਹੋ ਗਿਆ। ਤੇ ਉਹ ਜਿਹੜਾ ਪਾਣੀ ਵਾਲਾ ਜੀਵ ਹੈ, ਉਹਨੂੰ ਪਾਣੀ ਵਿੱਚੋਂ ਖੁਰਾਕ ਮਿਲਦੀ ਗਈ, ਉਹ ਤਾਕਤਵਰ ਬਣ ਗਿਆ। ਹੌਲੀ ਹੌਲੀ ਤੇਂਦੂਏ ਨੇ ਹਾਥੀ ਨੂੰ ਆਪਣੀ ਗ੍ਰਿਫਤ ਵਿੱਚ ਲੈ ਹੀ ਲਿਆ। ਹਾਥੀ ਨੂੰ ਪਤਾ ਲੱਗਾ ਵੀ ਹੁਣ ਮੈਂ ਡੁੱਬ ਚੱਲਿਆ, ਮੈਨੂੰ ਇਹ ਛੱਡੇਗਾ ਨਹੀਂ। ਬਹੁਤ ਨੇੜੇ ਆਈ ਜਾਣ ਕੇ ਕਹਿਣ ਲੱਗੇ ਪਾਣੀ ਵਿੱਚ ਫੁੱਲ ਤਰਦਾ ਜਾਂਦਾ ਹੈ, ਕਿਸੇ ਨੇ ਪੁੱਟ ਕੇ ਸੁੱਟਿਆ ਹੋਇਆ, ਤੇ ਉਹ ਸੁੰਡੀ ਆਪਣੀ ਸੁੰਡ ਦੇ ਵਿੱਚ ਉਹ ਫੁੱਲ ਪਕੜ ਕੇ ਉੱਪਰ ਨੂੰ ਕੀਤਾ, ਆਕਾਸ਼ ਵੱਲ ਨੂੰ। ਮਨੋਂ ਅਰਦਾਸ ਕੀਤੀ ਹੈ, ਪ੍ਰਮਾਤਮਾ ਮੇਰੀ ਰੱਖਿਆ ਕਰ। ਜਦੋਂ ਬੰਦਾ ਮੁਸੀਬਤ ਵਿੱਚ ਹੁੰਦਾ ਨਾ, ਬਿਪਤਾ, ਜਦੋਂ ਬੜੀ ਛੇਤੀ ਰਾਮ ਦਾ ਨਾਮ ਵੀ ਚੇਤੇ ਆਉਂਦਾ, ਔਰ ਮਨ ਵੀ ਬੜੀ ਛੇਤੀ ਜੁੜਦਾ ਹੈ, ਉਦੋਂ ਅਵਸਥਾ ਐਸੀ ਬਣੀ ਹੁੰਦੀ। ਤੇ ਫਿਰ ਉਸ ਤੇਂਦੂਏ ਦੀਆਂ ਤਾਰਾਂ, ਜੋ ਵੀ ਉਹਨੇ ਜੰਜਾਲ ਪਾਇਆ ਸੀ ਨਾ ਹਾਥੀ ਨੂੰ ਫੜਨ ਵਾਸਤੇ, ਉਹ ਕੱਟਿਆ ਤੇ ਹਾਥੀ ਨੂੰ ਮੁਕਤ ਕੀਤਾ, ਬਚਾ ਦਿੱਤਾ। ਭਗਤ ਜੀ ਕਹਿਣ ਲੱਗੇ ਇੱਥੇ ਤੇ ਹਾਥੀ ਵਰਗੇ ਜਾਨਵਰਾਂ ਦਾ ਭਲਾ ਹੋ ਗਿਆ, ਜਿਨ੍ਹਾਂ ਨੇ ਰੱਬ ਨੂੰ ਚੇਤੇ ਕੀਤਾ ਹੈ। ਇੱਥੇ ਤੇ ਅਜਾਮਲ ਵਰਗੇ ਪੰਡਤਾਂ ਦਾ ਭਲਾ ਹੋ ਗਿਆ, ਇੱਥੇ ਤੇ ਗਣਕਾ ਵਰਗੀਆਂ ਵੇਸਵਾ ਦਾ ਭਲਾ ਹੋ ਗਿਆ। ਪਰ ਹੋਇਆ ਸਾਰਿਆਂ ਦਾ ਰਾਮ ਨੂੰ ਚੇਤੇ ਕਰਕੇ ਹੀ ਹੈ, ਤੂੰ ਵੀ ਚੇਤੇ ਕਰਿਆ ਕਰ। ਅਜਾਮਲ ਗੱਜ ਗਨਕਾ ਪਤਤ ਕਰਮ ਕੀਨੇ, ਇਹਨਾਂ ਸਾਰਿਆਂ ਨੇ ਪਾਪ ਕਰਮ ਹੀ ਕੀਤੇ ਸਨ। ਹੁਣ ਹਾਥੀ ਨੇ ਵੀ ਤੇ ਪਾਪ ਕਰਮ ਕੀਤਾ, ਤਾਂ ਹੀ ਹਾਥੀ ਬਣਿਆ ਨਾ। ਚੰਗੇ ਕੀਤੇ ਹੁੰਦੇ ਹਾਥੀ ਕਿਉਂ ਬਣਦਾ, ਬੰਦਾ ਬਣ ਜਾਂਦਾ। ਤੇ ਜਿਹੜੇ ਰੱਬ ਨੇ ਬੰਦੇ ਬਣਾਏ ਸਨ, ਅਜਾਮਲ ਵਰਗੇ ਪੰਡਤ ਵਿਦਵਾਨ, ਉਹ ਵੇਸਵਾ ਨਾਲ ਵਿਆਹ ਕਰਾਈ ਬੈਠੇ। ਜਿਹੜੀ ਇਸਤਰੀ ਬਣਾਈ ਹੈ ਗਣਕਾ ਪਰਮਾਤਮਾ ਨੇ, ਵੇਸਵਾ ਬਣੀ ਬੈਠੀ। ਕੰਮ ਤੇ ਸਾਰਿਆਂ ਨੇ ਮਾੜੇ ਕੀਤੇ, ਪਾਪ ਕੀਤੇ, ਪਰ ਫਿਰ ਵੀ ਰਾਮ ਦਾ ਨਾਮ ਲੈ ਕੇ ਤਰ ਗਏ ਹਨ। ਤੇ ਉੱਤਰ ਪਾਰ ਪਰੇ ਰਾਮ ਨਾਮ ਲੀਨੇ, ਜਿਨ੍ਹਾਂ ਨੇ ਰਾਮ ਦਾ ਨਾਮ ਲਿਆ ਉਹ ਸੰਸਾਰ ਤੋਂ ਪਾਰ ਹੋ ਗਏ ਹਨ। ਸ਼ੂਕਰ ਕੂਕਰ ਜੋਨ ਭਰਮੈ, ਤੋ ਲਾਜ ਨਾ ਆਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸ਼ੂਕਰ ਨਾਮ ਸੂਰ ਦਾ ਤੇ ਕੂਕਰ ਨਾਮ ਕੁੱਤੇ ਦਾ। ਜਦੋਂ ਤੈਨੂੰ ਸੂਰ ਦਾ ਜਨਮ ਮਿਲਿਆ ਸੀ ਤੇ ਨਾਲੀਆਂ ਦੇ ਵਿੱਚ ਗੰਦਗੀ ਖਾਂਦਾ ਸੀ, ਵਿਸ਼ਟਾ ਖਾਂਦਾ ਸੀ, ਤੈਨੂੰ ਸ਼ਰਮ ਨਾ ਆਈ ਉਦੋਂ? ਤੇ ਜਦੋਂ ਕੁੱਤਾ ਬਣ ਕੇ ਭੌਂਕਦਾ ਸੀ, ਹਰ ਵੇਲੇ ਗਲੀਆਂ ਦੇ ਵਿੱਚ ਤੁਰਿਆ ਫਿਰਦਾ ਸੀ, ਉਦੋਂ ਤੈਨੂੰ ਸ਼ਰਮ ਨਹੀਂ ਆਈ? ਮੈਂ ਕੁੱਤਾ ਬਣਿਆ, ਮੈਂ ਸੂਰ ਬਣ ਗਿਆ। ਸ਼ੂਕਰ ਕੂਕਰ ਜੋਨ ਭਰਮੇ, ਇਹਨਾਂ ਜਨਮਾਂ ਵਿੱਚ ਭਰਮ ਕੇ ਤੈਨੂੰ ਲਾਜ ਸ਼ਰਮ ਨਹੀਂ ਆਈ। ਪਰ ਸ਼ਰਮ ਉਦੋਂ ਆਉਂਦੀ ਹੈ ਜਦੋਂ ਇਹ ਕਹਿੰਦਾ ਨਾ ਮੈਂ ਗੁਰਦੁਆਰੇ ਚੱਲਿਆ, ਉਦੋਂ ਸ਼ਰਮ ਮਹਿਸੂਸ ਕਰਦਾ। ਹੌਲੀ ਜਿਹਾ ਕਹਿੰਦਾ, ਕੋਈ ਸੁਣ ਨਾ ਲਵੇ। ਇਕੱਲਾ ਬੈਠਾ ਮਾਲਾ ਫੇਰਦਾ ਪਿਆ, ਕੋਈ ਦੋ ਬੰਦੇ ਆ ਗਏ, ਮਾਲਾ ਲੁਕਾ ਲਈ, ਕਿਤੇ ਇਹ ਨਾ ਕਹਿਣ ਵੀ ਇਹ ਬੜੀ ਮਾਲਾ ਫੇਰਦਾ। ਮਾਲਾ ਫੇਰਨ ਵੇਲੇ ਸ਼ਰਮ ਆਉਂਦੀ ਹੈ, ਗੁਰਦੁਆਰੇ ਜਾਣ ਵੇਲੇ ਸ਼ਰਮ ਆਉਂਦੀ ਹੈ, ਪਾਠ ਕਰਨ ਵੇਲੇ ਸ਼ਰਮ ਆਉਂਦੀ ਹੈ।
ਬਰਤਨ ਭਾਂਡੇ ਸਾਫ਼ ਕਰਨੇ ਸ਼ਰਮ ਆਉਂਦੀ ਹੈ, ਗੁਰੂ ਘਰ ਕੋਈ ਸੇਵਾ ਕਰਨੀ ਸ਼ਰਮ ਮਹਿਸੂਸ ਕਰਦਾ, ਦੁਨੀਆ ਨਾ ਵੇਖ ਲਵੇ ਕੀ ਕਵੇ। ਤੇ ਕਈ ਲੋਕ ਤਾਂ ਨਹੀਂ ਸੇਵਾ ਕਰਦੇ ਵੀ ਜੇ ਮੈਂ ਜੋੜੇ ਝਾੜਨ ਦੀ ਜਾਂ ਕੋਈ ਸੇਵਾ ਕਰ ਲਈ ਤੇ ਲੋਕਾਂ ਨੇ ਆਖਣਾ ਵੀ ਇਹਨੇ ਕੋਈ ਵੱਡਾ ਹੀ ਪਾਪ ਕੀਤਾ ਹੋਣਾ ਜਿਹੜਾ ਬਖਸ਼ਾਉਂਦਾ ਪਿਆ ਆ ਕੇ। ਇਹ ਵੀ ਮੁਸੀਬਤ ਹੈ, ਜੇ ਸੇਵਾ ਕਰਾਂਗਾ ਤੇ ਲੋਕਾਂ ਨੇ ਆਖਣਾ ਇਹਨੇ ਪਾਪ ਕੀਤਾ ਤਾਂ ਕਰਦਾ, ਨਾ ਕੀਤਾ ਹੁੰਦਾ ਫਿਰ ਨਹੀਂ ਸੀ ਕਰਦਾ। ਜਾਂ ਜੇ ਕੋਈ ਸੇਵਾ ਕਰਨ ਲੱਗ ਪਿਆ ਨਾ, ਪੰਜ ਪਿਆਰੇ ਸਾਹਿਬਾਨ ਸੇਵਾ ਲਾ ਦੇਣ ਵੀ ਆਹ ਸੇਵਾ ਕਰਨੀ ਹੈ, ਫਿਰ ਲੋਕ ਪੁੱਛਦੇ ਹਾਂ ਭਾਈ ਇਹੋ ਜਿਹਾ ਕੀ ਕੀਤਾ ਤੈਨੂੰ ਆਹ ਕੰਮ ਕਰਨਾ ਪੈ ਗਿਆ। ਉਹਨੇ ਭਾਵੇਂ ਕੀਤਾ ਭਾਵੇਂ ਨਹੀਂ ਕੀਤਾ, ਬਖਸ਼ਾਉਂਦਾ ਤੇ ਪਿਆ, ਤੂੰ ਕਿਉਂ ਪਾਪ ਆਪਣੇ ਸਿਰ ਤੇ ਚੜਾਉਂਦਾ ਪਿਆ ਮਖੌਲ ਕਰਕੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਰੱਬ ਦਾ ਨਾਮ ਜਪਣਾ, ਮਾਲਾ ਫੇਰਨੀ ਹੈ, ਸੇਵਾ ਕਰਨੀ ਹੈ, ਸਿਮਰਨ ਕਰਨਾ, ਚੰਗਾ ਕਰਮ ਕਰਨਾ, ਸ਼ਰਮ ਮਹਿਸੂਸ ਕਰਦਾ ਹੈ। ਪਰ ਜਦੋਂ ਤੈਨੂੰ ਸੂਰ ਬਣਾਇਆ ਗਿਆ ਸੀ, ਕੁੱਤਾ ਬਣਾਇਆ ਗਿਆ ਸੀ ਤੇਰੇ ਕਰਮਾਂ ਕਰਕੇ, ਤੈਨੂੰ ਉਦੋਂ ਸ਼ਰਮ ਨਾ ਆਈ ਵੀ ਮੈਂ ਕੀ ਕਰਨ ਲੱਗਾ। ਐਸੇ ਬਚਨ ਨੂੰ ਸਮਝਿਆ ਕਰ। ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ। ਰਾਮ ਦਾ ਨਾਮ ਅੰਮ੍ਰਿਤ ਵਰਗਾ ਹੈ, ਉਸ ਨੂੰ ਛੱਡ ਦਿੱਤਾ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਹਿ ਜੀਓ। ਰੱਬ ਦਾ ਨਾਮ ਅੰਮ੍ਰਿਤ ਹੈ, ਉਹਨੂੰ ਛੱਡ ਦਿੱਤਾ ਹੈ। ਬਿਖ ਖਾਈ, ਵਕਾਰਾਂ ਰੂਪੀ ਜ਼ਹਿਰ ਨੂੰ ਖਾਂਦਾ ਪਿਆ, ਵਕਾਰਾਂ ਨੂੰ ਭੋਗਦਾ ਪਿਆ ਹੈ। ਤਜ ਭਰਮ ਕਰਮ ਬਿਦ ਨਿਖੇਦ ਰਾਮ ਨਾਮ ਲੇਹੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਦੋ ਤਰ੍ਹਾਂ ਦੇ ਕਰਮ ਬੰਦਾ ਕਰਦਾ, ਇੱਕ ਹੈ ਨਖੇਦ ਕਰਮ, ਇੱਕ ਹੈ ਬਿਦ ਕਰਮ। ਬਿਦ ਕਰਮ ਉਹਨੂੰ ਕਿਹਾ ਜਾਂਦਾ ਹੈ ਜਿਹੜੇ ਵੇਦਾਂ ਵਿੱਚ, ਸ਼ਾਸਤਰਾਂ ਵਿੱਚ, ਗ੍ਰੰਥਾਂ ਵਿੱਚ ਲਿਖੇ ਨੇ, ਜਿਨ੍ਹਾਂ ਨੂੰ ਵਿਧੀ ਕਰਮ ਆਖਿਆ ਦਾ। ਵਿਧੀ ਦੇ ਦੁਆਰਾ ਗ੍ਰੰਥ ਵਿੱਚ ਲਿਖਿਆ, ਧਾਰਮਿਕ ਬੰਦੇ ਨੇ ਸਮਝਾਇਆ ਵੀ ਆਹ ਕਰਮ ਐਦਾਂ ਕਰੀ, ਉਹ ਕੀਤਾ, ਉਹਨੂੰ ਕਿਹਾ ਜਾਂਦਾ ਵਿਧੀ ਮੁਤਾਬਕ ਕੀਤਾ ਕਰਮ ਜੋ ਗ੍ਰੰਥਾਂ ਵਿੱਚ ਲਿਖਿਆ। ਨਖੇਦ ਕਰਮ ਉਹ ਹੁੰਦਾ ਜਿਹੜਾ ਗ੍ਰੰਥ ਵਿੱਚ ਲਿਖਿਆ ਪਰ ਉਹ ਨਹੀਂ ਮੰਨਣਾ, ਉਹ ਤੋਂ ਉਲਟਾ ਹੀ ਚੱਲਣਾ, ਦੂਜੇ ਪਾਸੇ ਉਲਟ ਪਾਸੇ ਜਾਣਾ, ਉਹਨੂੰ ਕਿਹਾ ਜਾਂਦਾ ਨਖੇਦ ਕਰਮ। ਮਹਾਰਾਜ ਕਹਿਣ ਲੱਗੇ ਭਾਵੇਂ ਵਿਧ ਕਰਮ ਕਰ ਲਾ, ਭਾਵੇਂ ਨਖੇਦ ਕਰਮ ਕਰ ਲਾ, ਕਰਮਾਂ ਦੋਨਾਂ ਨੇ ਤੈਨੂੰ ਬੰਨ੍ਹ ਲੈਣਾ। ਨਖੇਦ ਕਰਮ ਕਰੇਗਾ ਜਿਹੜਾ ਸ਼ਾਸਤਰ ਨੇ ਕਿਹਾ ਨਹੀਂ ਤੇ ਤੂੰ ਕਰਦਾ ਪਿਆ, ਉਹ ਪਾਪ ਹੋ ਜਾਣਾ, ਉਸ ਪਾਪ ਨੇ ਤੈਨੂੰ ਬੰਨ੍ਹ ਕੇ ਜਨਮਾਂ ਵਿੱਚ ਲੈ ਆਉਣਾ। ਜਿਹੜਾ ਵਿਧ ਕਰਮ ਗ੍ਰੰਥਾਂ ਵਿੱਚ ਲਿਖਿਆ ਗਿਆ ਜੇ ਉਹ ਕਰੇਗਾ ਉਹ ਹੋ ਜਾਣਾ ਪੁੰਨ ਕਰਮ, ਤੇ ਪੁੰਨ ਕਰਮ ਕਰੇਗਾ ਤੇ ਉਹਦਾ ਫਲ ਵੀ ਭੋਗਣ ਵਾਸਤੇ ਤੈਨੂੰ ਦੁਨੀਆ ਤੇ ਆਉਣਾ ਪੈਣਾ। ਹੱਥਕੜੀ ਗੁਰਮੁਖੋ ਭਾਵੇਂ ਸੋਨੇ ਦੀ ਹੋਵੇ ਤੇ ਭਾਵੇਂ ਲੋਹੇ ਦੀ ਹੋਵੇ, ਹੱਥਕੜੀ ਨੇ ਬੰਨ੍ਹਣਾ ਜ਼ਰੂਰ ਜੇ, ਮਹਿੰਗੀ ਸਸਤੀ ਦਾ ਫਰਕ ਪੈਣਾ, ਹੋਰ ਕੁਝ ਨਹੀਂ। ਪਾਪ ਕਰਮ ਨੇ ਵੀ ਬੰਨ੍ਹ ਲੈਣਾ, ਪੁੰਨ ਕਰਮ ਨੇ ਵੀ ਬੰਨ੍ਹ ਲੈਣਾ, ਜਨਮਾਂ ਦੋਨਾਂ ਨੇ ਦਵਾ ਦੇਣਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤਜ ਭਰਮ ਕਰਮ ਬਿਦ ਨਖੇਦ। ਜਿਹੜੇ ਕੰਮ ਰੋਕੇ ਨੇ ਉਹ ਵੀ ਛੱਡ ਦੇ, ਜਿਹੜੇ ਕਹਿਣ ਵਾਸਤੇ ਆਖੇ ਨੇ ਉਹ ਵੀ ਉਹਨਾਂ ਨੂੰ ਪਰੇ ਤਿਆਗ ਕੇ ਰਾਮ ਦੇ ਨਾਮ ਨੂੰ ਜਪਿਆ ਕਰ, ਫਿਰ ਬਖਸ਼ਿਸ਼ ਕਰਦੇ ਹਨ। ਤਜ ਭਰਮ ਕਰਮ ਬਿਦ ਨਿਖੇਦ ਰਾਮ ਨਾਮ ਲੇਹੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਰਮ ਦੇ ਵਿੱਚ ਪੈ ਕੇ ਨਖਿੱਧ ਕਰਮਾਂ ਨੂੰ ਛੱਡ ਦੇ। ਨਖਿੱਧ ਮਾੜੇ ਕਰਮ ਜਿਹੜੇ ਭਰਮ ਦੇ ਵਿੱਚ ਪੈ ਕੇ ਕਰਦਾ ਪਿਆ ਨਾ, ਪੁੱਤਰਾਂ ਵਾਸਤੇ, ਧੀਆਂ ਵਾਸਤੇ, ਪਰਿਵਾਰ ਵਾਸਤੇ, ਜੀਆਂ ਵਾਸਤੇ, ਇਹ ਭਰਮ ਹੈ ਤੇਰਾ ਵੀ ਮੈਂ ਇਹਨਾਂ ਵਾਸਤੇ ਕਰਨ ਲੱਗਾ। ਇਹ ਜਿਹੜੇ ਨਖਿੱਧ ਮਾੜੇ ਕਰਮ ਕਰਨਾ ਛੱਡ ਦੇ, ਇਹਨਾਂ ਦੀ ਸਜ਼ਾ ਤੈਨੂੰ ਮਿਲੇਗੀ। ਅਤੇ ਵਿਧ ਕਰਮ ਜਿਹੜੇ ਕਿਹੜੇ ਨੇ, ਉਹ ਇਹਨੇ ਰੱਬ ਦਾ ਨਾਮ, ਸਭ ਤੋਂ ਵੱਡਾ ਚੰਗਾ ਕਰਮ ਹੈ ਪਰਮਾਤਮਾ ਦਾ ਨਾਮ। ਕਹਿਣ ਲੱਗੇ ਰਾਮ ਨਾਮ ਲੇਹੀ, ਰਾਮ ਦੇ ਨਾਮ ਨੂੰ ਭਲਿਆ ਜਪਿਆ ਕਰ। ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ। ਕਬੀਰ ਸਾਹਿਬ ਜੀ ਕਹਿਣ ਲੱਗੇ ਗੁਰੂ ਦੀ ਕਿਰਪਾ ਦੇ ਨਾਲ, ਰਾਮ ਦੇ ਨਾਮ ਦੇ ਨਾਲ ਪ੍ਰੇਮ ਕਰ। ਸਨੇਹ ਕਹਿੰਦੇ ਪ੍ਰੇਮ ਕਰਨ। ਜੇ ਪ੍ਰੇਮ ਕਰਨਾ ਤੇ ਪਰਮੇਸ਼ਰ ਨਾਲ ਕਰ, ਜੇ ਪ੍ਰੇਮ ਕਰਨਾ ਤੇ ਨਾਮ ਦੇ ਨਾਲ ਕਰ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰੇਮ। ਅੰਮ੍ਰਿਤ ਵੇਲੇ ਨਿਤਨੇਮ ਦੇ ਵਿੱਚ ਇਹ ਬਚਨ ਪੜ੍ਹਿਆ ਵੀ ਜਿਹੜੇ ਪ੍ਰੇਮ ਕਰਦੇ ਪ੍ਰਮਾਤਮਾ ਨਾਲ ਉਹਨੂੰ ਪਾ ਹੀ ਲੈਂਦੇ ਨੇ, ਜਾਂ ਜਿਹੜੇ ਉਹਦੇ ਨਾਮ ਨੂੰ ਪ੍ਰੇਮ ਕਰਦੇ ਉਹ ਵੀ ਉਹਨੂੰ ਪਾ ਲੈਂਦੇ। ਗੁਰ ਪ੍ਰਸਾਦ ਜਨ ਕਬੀਰ। ਕਬੀਰ ਸਾਹਿਬ ਜੀ ਕਹਿਣ ਲੱਗੇ ਮੈਨੂੰ ਮੇਰੇ ਗੁਰੂ ਰਾਮਾਨੰਦ ਦੀ ਕਿਰਪਾ ਪ੍ਰਾਪਤ ਹੋਈ ਹੈ।
ਜਿਨ੍ਹਾਂ ਨੂੰ ਕਿਰਪਾ ਪ੍ਰਾਪਤ ਹੋਈ ਹੈ। ਰਾਮ ਕਰ ਸਨੇਹੀ, ਉਹ ਰਾਮ ਦੇ ਨਾਲ ਪ੍ਰੇਮ ਕਰਦੇ। ਮੈਂ ਤੇ ਕਰਦਾ ਪਿਆ, ਇਸ ਕਰਕੇ ਮੈਂ ਤੇ ਰਾਮ ਦੇ ਨਾਮ ਨੂੰ ਨਹੀਂ ਛੱਡਦਾ। ਗੁਰਮੁਖੋ ਤੁਸੀਂ ਵੀ ਰਾਮ ਦੇ ਨਾਮ ਦੇ ਨਾਲ ਪ੍ਰੇਮ ਕਰੋ, ਤੁਹਾਡਾ ਜਨਮ ਸਫਲਾ ਹੋ ਜਾਏਗਾ। ਇਹ ਕਬੀਰ ਸਾਹਿਬ ਜੀਆਂ ਦੇ ਪਵਿੱਤਰ ਬਚਨ ਨੇ ਜੀਵਨ ਦੀ ਕਮਾਈ ਦੇ। ਇੱਥੋਂ ਤੱਕ ਧਨਾਸਰੀ ਰਾਗ ਦੇ ਵਿੱਚ ਭਗਤ ਕਬੀਰ ਸਾਹਿਬ ਜੀਆਂ ਦੇ 5 ਸ਼ਬਦ ਸਾਨੂੰ 5 ਸੰਪੂਰਨ ਹੋ ਗਏ। ਕੱਲ੍ਹ ਨੂੰ ਆਪਾਂ ਭਗਤ ਨਾਮਦੇਵ ਦੀ ਬਾਣੀ ਸਰਵਣ ਕਰਾਂਗੇ। ਗਹਿਰੀ ਕਰਕੇ ਨੀਵ ਖੁਦਾਈ ਉਪਰ ਮੰਡਪ, ਇਹ ਬਚਨ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ ਹੋਵੇ ਸਾਹਿਬ ਸਿਓ ਮੇਲ। ਤਜ ਭਰਮ ਕਰਮ ਬੇਦਨ ਖੇਦ, ਰਾਮ ਨਾਮ ਲੇਹੀ। ਗੁਰ ਪ੍ਰਸਾਦ ਜਨ ਕਬੀਰ, ਰਾਮ ਕਰ ਸਨੇਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।